ਏਅਰਪੋਰਟ ਪਰ ਇੱਕ ਸਫਾਈ ਕਰਮਚਾਰੀ ਸਫਾਈ ਕਰ ਰਿਹਾ ਸੀ। ਉਸਨੇ ਦੇਖਿਆ ਕਿ ਇੱਕ ਬੁੱਢੀ ਔਰਤ ਕਾਫੀ ਦੇਰ ਤੋਂ ਇੱਕ ਜਗ੍ਹਾ ਪਰ ਬੈਠੀ ਹੋਈ ਹੈ ਅਤੇ ਉਹ ਬਾਰ-ਬਾਰ ਅੰਦਰ ਦੀ ਤਰਫ ਦੇਖੇ ਜਾ ਰਹੀ ਹੈ। ਉਸ ਔਰਤ ਨੂੰ ਬੈਠੇ-ਬੈਠੇ ਕਈ ਘੰਟੇ ਹੋ ਚੁੱਕੇ ਸੀ, ਪਰ ਨਾ ਤਾਂ ਉਸ ਨੂੰ ਕੋਈ ਲੈਣ ਆਇਆ ਅਤੇ ਨਾ ਹੀ ਉਸਦੇ ਨਾਲ ਕਿਸੇ ਨੂੰ ਸਫਾਈ ਕਰਮਚਾਰੀ ਨੇ ਦੇਖਿਆ ਸੀ। ਉਹ ਸਫਾਈ ਕਰਮਚਾਰੀ ਅਮਨ ਜਦ ਸਵੇਰੇ ਆਪਣੀ ਡਿਊਟੀ ਪਰ ਆਇਆ, ਜਦ ਉਸਨੇ ਉਸ ਬੁੱਢੀ ਔਰਤ ਨੂੰ ਉੱਥੇ ਬੈਠੇ ਦੇਖਿਆ ਸੀ ਅਤੇ ਹੁਣ ਉਸਦੇ ਲੰਚ ਦਾ ਸਮੇਂ ਹੋ ਚੁੱਕਾ ਸੀ, ਪਰ ਹੁਣ ਤੱਕ ਉਹ ਬੁੱਢੀ ਔਰਤ ਉੱਥੇ ਹੀ ਬੈਠੀ ਸੀ ਅਤੇ ਲਗਾਤਾਰ ਸੁੰਨੀ ਅੱਖਾਂ ਨਾਲ ਏਅਰਪੋਰਟ ਵਿੱਚ ਅੰਦਰ ਦੀ ਤਰਫ ਦੇਖੇ ਜਾ ਰਹੀ ਸੀ, ਮੰਨੋ ਕਿਸੇ ਦਾ ਇੰਤਜ਼ਾਰ ਕਰ ਰਹੀ ਹੋਣ। ਉਸ ਬਜ਼ੁਰਗ ਮਹਿਲਾ ਨੂੰ ਉਸ ਅਵਸਥਾ ਵਿੱਚ ਦੇਖ ਕੇ ਸਫਾਈ ਕਰਮਚਾਰੀ ਨੂੰ ਉਸ ਪਰ ਤਰਸ ਆ ਗਿਆ ਅਤੇ ਉਹ ਉਸ ਬੁੱਢੀ ਔਰਤ ਦੇ ਕੋਲ ਜਾ ਕੇ ਕਹਿੰਦਾ ਹੈ, ਅੰਮਾ ਜੀ, ਤੁਸੀਂ ਕਿੱਥੇ ਜਾਓਗੀ ਅਤੇ ਇੱਥੇ ਤੁਸੀਂ ਕਿਸ ਦਾ ਇੰਤਜ਼ਾਰ ਕਰ ਰਹੀ ਹੋ? ਕਿਆ ਕੋਈ ਤੁਹਾਨੂੰ ਲੈਣ ਆ ਰਿਹਾ ਹੈ? ਅਮਨ ਦੇ ਸਵਾਲ ਪਰ ਉਹ ਬੁੱਢੀ ਔਰਤ ਬੋਲੀ, ਬੇਟਾ ਮਨਪ੍ਰੀਤ ਮੇਰਾ ਪੁੱਤ ਹੁਣੇ ਅੰਦਰ ਗਿਆ ਹੈ। ਪਤਾ ਨਹੀਂ ਉਸ ਨੂੰ ਕਿਉਂ ਇੰਨਾ ਸਮੇਂ ਲੱਗ ਗਿਆ। ਤੂੰ ਜਾ ਕੇ ਅੰਦਰ ਪਤਾ ਕਰ ਸਕਦਾ ਹੈ ਕਿਆ ਕਿ ਉਹ ਹੁਣੇ ਤੱਕ ਕਿਉਂ ਨਹੀਂ ਆਇਆ? ਦਰਅਸਲ ਮੈਂ ਆਪਣੇ ਪੁੱਤ ਦੇ ਨਾਲ ਹੀ ਇੱਥੇ ਤੱਕ ਆਈ ਹਾਂ। ਉਹ ਮੈਨੂੰ ਆਪਣੇ ਨਾਲ ਮੁੰਬਈ ਲੈ ਕੇ ਜਾ ਰਿਹਾ ਹੈ। ਜੇਕਰ ਹੋ ਸਕੇ ਤਾਂ ਮੇਰੇ ਪੁੱਤ ਨੂੰ ਬੁਲਾ ਦਿਓ। ਉਹ ਅੰਦਰ ਗਿਆ ਹੈ। ਪਤਾ ਨਹੀਂ ਕਿਵੇਂ ਇੰਨਾ ਸਮੇਂ ਲੱਗ ਗਿਆ, ਸ਼ਾਇਦ ਆਉਂਦਾ ਹੀ ਹੋਗਾ। ਉਦੋਂ ਅਮਨ ਕਹਿੰਦਾ ਹੈ, ਅੰਮਾ ਜੀ, ਤੁਹਾਡਾ ਪੁੱਤ ਜਦ ਆ ਜਾਏ ਉਦੋਂ ਤੁਸੀਂ ਉਸਦੇ ਨਾਲ ਚਲੀ ਜਾਣਾ। ਜੇਕਰ ਤੁਹਾਨੂੰ ਭੁੱਖ ਲੱਗੀ ਹੋਵੇ ਤਾਂ ਮੈਂ ਤੁਹਾਡੇ ਲਈ ਕੁਝ ਖਾਣੇ ਨੂੰ ਲੈ ਆਵਾਂ। ਉਹ ਬਜ਼ੁਰਗ ਔਰਤ ਹੱਥ ਜੋੜ ਕੇ ਮੁਸਕਰਾਉਂਦੇ ਹੋਏ ਬੋਲੀ, ਨਹੀਂ ਬੇਟਾ, ਤੇਰਾ ਬਹੁਤ-ਬਹੁਤ ਧੰਨਵਾਦ ਜੋ ਤੂੰ ਮੈਨੂੰ ਖਾਣੇ ਦੇ ਲਈ ਪੁੱਛਿਆ ਤਾਂ ਸਹੀ, ਪਰ ਤੂੰ ਪਰੇਸ਼ਾਨ ਨਾ ਹੋ। ਮੇਰਾ ਪੁੱਤ ਕਿਸੇ ਵੀ ਸਮੇਂ ਆਉਂਦਾ ਹੋਗਾ ਅਤੇ ਜੇਕਰ ਮੈਂ ਉਸ ਨੂੰ ਇੱਥੇ ਨਹੀਂ ਮਿਲੀ ਤਾਂ ਉਹ ਪਰੇਸ਼ਾਨ ਹੋ ਜਾਵੇਗਾ। ਇਸ ਲਈ ਮੈਂ ਇੱਥੇ ਤੋਂ ਕਿਤੇ ਨਹੀਂ ਜਾਣਾ ਚਾਹੁੰਦੀ। ਅਮਨ ਸਮਝ ਚੁੱਕਾ ਸੀ ਕਿ ਹੁਣ ਇਹਨਾਂ ਬ੍ਰਿਧ ਮਾਤਾ ਜੀ ਦਾ ਪੁੱਤ ਕਦੀ ਵਾਪਿਸ ਨਹੀਂ ਆਵੇਗਾ। ਉਹ ਬੋਲਿਆ, ਮਾਂ ਜੀ, ਬੁਰਾ ਨਾ ਮੰਨਣਾ, ਪਰ ਇੱਥੇ ਰੋਜ਼ ਤੀਸਰੇ ਦਿਨ ਇਵੇਂ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਹੈ ਜਿਸਦੇ ਪੁੱਤ ਨੂੰ ਜਾਂ ਉਸਦੇ ਬੱਚੇ ਉਸ ਨੂੰ ਇੱਥੇ ਛੱਡ ਕੇ ਚਲੇ ਜਾਂਦੇ ਹਨ। ਅਤੇ ਇਹੀ ਨਹੀਂ, ਕਦੀ ਮੰਦਿਰ ਵਿੱਚ, ਕਦੀ ਸੜਕਾਂ ਪਰ, ਇਵੇਂ ਹੀ ਅੱਜਕੱਲ੍ਹ ਦੇ ਬੱਚੇ ਆਪਣੇ ਮਾਂ-ਬਾਪ ਨੂੰ ਕਿਤੇ ਵੀ ਛੱਡ ਕੇ ਚਲੇ ਜਾਂਦੇ ਹਨ। ਇਸ ਪਰ ਉਹ ਅੰਮਾ ਜੀ ਥੋੜ੍ਹਾ ਨਾਰਾਜ਼ ਹੁੰਦੀ ਹੋਈ ਬੋਲੀ, ਨਹੀਂ ਬੇਟਾ, ਤੂੰ ਅਜਿਹਾ ਕਿਵੇਂ ਕਹਿ ਸਕਦਾ ਹੈ? ਕਿਆ ਤੂੰ ਮੇਰੇ ਬੇਟੇ ਨੂੰ ਜਾਣਦਾ ਹੈ? ਨਹੀਂ ਨਾ। ਫਿਰ ਤੂੰ ਇਹ ਕਿਵੇਂ ਕਹਿ ਸਕਦਾ ਹੈ ਕਿ ਮੇਰਾ ਪੁੱਤ ਮੈਨੂੰ ਇੱਥੇ ਛੱਡ ਕੇ ਚਲਾ ਗਿਆ ਹੈ? ਜੇਕਰ ਤੂੰ ਸੱਚ ਵਿੱਚ ਮੇਰੀ ਮਦਦ ਕਰਨਾ ਚਾਹੁੰਦਾ ਹੈ ਤਾਂ ਅੰਦਰ ਜਾ ਕੇ ਦੇਖੋ, ਉਹ ਅੰਦਰ ਹੀ ਕਿਤੇ ਹੋਗਾ। ਅਮਨ ਅੰਦਰ ਦੇਖ ਕੇ ਆਇਆ ਅਤੇ ਆ ਕੇ ਬੋਲਿਆ, ਦੇਖਿਆ ਮਾਂ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤੁਹਾਡਾ ਬੇਟਾ ਅੰਦਰ ਕਿਤੇ ਨਹੀਂ ਹੈ। ਇਹ ਸੁਣ ਕੇ ਉਹ ਥੋੜ੍ਹੀ ਪਰੇਸ਼ਾਨ ਹੋ ਗਈ। ਫਿਰ ਵੀ ਉਹ ਖੁਦ ਨੂੰ ਸਮਝਾਉਂਦੀ ਹੋਈ ਬੋਲੀ, ਕੋਈ ਗੱਲ ਨਹੀਂ, ਹੋ ਸਕਦਾ ਹੈ ਕੁਝ ਕੰਮ ਆ ਗਿਆ ਹੋ, ਥੋੜ੍ਹੀ ਬਹੁਤ ਦੇਰ ਬਾਅਦ ਆ ਜਾਵੇਗਾ। ਹੁਣ ਅਮਨ ਵੀ ਵਾਪਿਸ ਆਪਣੇ ਕੰਮ ਵਿੱਚ ਲੱਗ ਗਿਆ ਅਤੇ ਹੁਣ ਹੌਲੀ-ਹੌਲੀ ਸ਼ਾਮ ਢਲਣ ਲੱਗੀ ਸੀ ਅਤੇ ਅਮਨ ਆਪਣੇ ਘਰ ਜਾਣੇ ਨੂੰ ਸੀ। ਹਨੇਰਾ ਹੋਣ ਲੱਗਾ ਸੀ ਅਤੇ ਏਅਰਪੋਰਟ ਪਰ ਲਾਈਟਸ ਵੀ ਜਲ ਗਈ ਸੀ। ਹੁਣ ਗਰਮੀ ਕੁਝ ਘੱਟ ਸੀ। ਸ਼ਾਮ ਦੇ ਸਮੇਂ ਥੋੜ੍ਹੀ-ਥੋੜ੍ਹੀ ਸਰਦੀ ਪੈਣ ਲੱਗੀ ਸੀ। ਵਿਚਾਰੀ ਬੁੱਢੀ ਔਰਤ ਆਪਣੀ ਸਾੜੀ ਦੇ ਪੱਲੂ ਨਾਲ ਖੁਦ ਨੂੰ ਢੱਕਣੇ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਠੰਡ ਨਾਲ ਕੰਬ ਰਹੀ ਸੀ। ਅਮਨ ਇੱਕ ਭਲਾ ਆਦਮੀ ਸੀ। ਉਸਨੇ ਉਸ ਬ੍ਰਿਧ ਮਹਿਲਾ ਦੇ ਕੋਲ ਆ ਕੇ ਕਿਹਾ, ਮਾਂ ਜੀ, ਤੁਹਾਡਾ ਕੁਝ ਨਾਮ ਪਤਾ ਤੁਹਾਨੂੰ ਕੁਝ ਪਤਾ ਹੈ? ਉਹ ਮਹਿਲਾ ਬੋਲੀ, ਬੇਟਾ, ਮੇਰਾ ਨਾਮ ਸ਼ਾਰਦਾ ਹੈ ਅਤੇ ਮੈਂ ਆਪਣੇ ਪੁੱਤ ਦੇ ਨਾਲ
ਇੱਥੇ ਆਈ ਸੀ। ਦਰਅਸਲ ਉਹ ਕੁਝ ਦਿਨ ਪਹਿਲਾਂ ਹੀ ਮੈਨੂੰ ਪਿੰਡ ਤੋਂ ਇੱਥੇ ਸ਼ਹਿਰ ਆਪਣੇ ਕੋਲ ਲੈ ਕੇ ਆਇਆ ਸੀ ਅਤੇ ਹੁਣ ਬੜੇ ਸ਼ਹਿਰ ਵਿੱਚ ਉਸ ਦਾ ਤਬਾਦਲਾ ਹੋ ਗਿਆ ਤਾਂ ਉਹ ਮੈਨੂੰ ਆਪਣੇ ਨਾਲ ਲੈ ਕੇ ਉੱਥੇ ਹੀ ਜਾ ਰਿਹਾ ਸੀ। ਕਦ ਤੋਂ ਉਸ ਦਾ ਇੰਤਜ਼ਾਰ ਕਰ ਰਹੀ ਹਾਂ, ਪਰ ਨਹੀਂ ਆਇਆ। ਸਫਾਈ ਕਰਮਚਾਰੀਆਂ ਨੇ ਉਹਨਾਂ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ। ਉਹ ਬੋਲਿਆ, ਮਾਤਾ ਜੀ, ਜੇਕਰ ਤੁਹਾਡਾ ਮਨ ਹੋਵੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੀ ਹੋ। ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਹੈ ਅਤੇ 2 ਬੱਚੇ ਹਨ। ਜੇਕਰ ਤੁਸੀਂ ਚਾਹੋ ਤਾਂ ਸਵੇਰੇ ਇੱਥੇ ਵਾਪਿਸ ਆ ਜਾਣਾ। ਇਸ ਪਰ ਸ਼ਾਰਦਾ ਜੀ ਬੋਲੀ, ਨਹੀਂ ਬੇਟਾ, ਜੇਕਰ ਮੈਂ ਇੱਥੇ ਤੋਂ ਚਲੀ ਗਈ ਅਤੇ ਮੇਰਾ ਮਨਪ੍ਰੀਤ ਇੱਥੇ ਆਇਆ ਤਾਂ ਉਹ ਮੈਨੂੰ ਲੱਭੇਗਾ ਅਤੇ ਜੇਕਰ ਮੈਂ ਨਹੀਂ ਮਿਲੀ ਤਾਂ ਉਹ ਕਿੰਨਾ ਪਰੇਸ਼ਾਨ ਹੋ ਜਾਵੇਗਾ। ਤੂੰ ਜਾ ਬੇਟਾ, ਮੈਂ ਠੀਕ ਹਾਂ। ਅਮਨ ਸ਼ਾਰਦਾ ਜੀ ਨੂੰ ਸ਼ਾਲ ਓੜਦਾ ਹੋਇਆ ਬੋਲਿਆ, ਹੁਣ ਤੁਸੀਂ ਮੈਨੂੰ ਬੇਟਾ ਕਹਿ ਹੀ ਰਹੀ ਹੋ ਤਾਂ ਤੁਸੀਂ ਇੱਥੇ ਆਰਾਮ ਨਾਲ ਬੈਠੋ। ਮੈਂ ਆਪਣੇ ਸਾਥੀ ਨੂੰ ਕਹਿ ਕੇ ਜਾਂਦਾ ਹਾਂ, ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਲੱਗੇ ਤਾਂ ਦੱਸ ਦੇਣਾ ਅਤੇ ਹਾਂ, ਤੁਸੀਂ ਹੀ ਸ਼ਾਲ ਓੜ ਲਵੋ ਕਿਉਂਕਿ ਰਾਤ ਦੇ ਸਮੇਂ ਸਰਦੀ ਪੈਣ ਲੱਗੀ ਹੈ। ਖਾਮਖਾ ਤੁਸੀਂ ਬਿਮਾਰ ਹੋ ਜਾਓਗੀ। ਜਦ ਸ਼ਾਰਦਾ ਜੀ ਨੇ ਸ਼ਾਲ ਲਈ ਅਤੇ ਉਸ ਨੂੰ ਓੜ ਕੇ ਬੈਠ ਗਈ, ਉਹ ਅਮਨ ਨੂੰ ਲੱਖਾਂ ਦੁਆਵਾਂ ਦੇਣ ਲੱਗੀ। ਹੁਣ ਅਮਨ ਨੂੰ ਵੀ ਕਾਫੀ ਸਮੇਂ ਹੋ ਗਿਆ। ਅੰਤ ਉਹ ਵੀ ਆਪਣੇ ਘਰ ਦੇ ਲਈ ਨਿਕਲ ਗਿਆ ਅਤੇ ਆਪਣੇ ਘਰ ਜਾ ਕੇ ਉਸਨੇ ਆਪਣੀ ਪਤਨੀ ਨੂੰ ਅੱਜ ਦੀ ਸਾਰੀ ਘਟਨਾ ਦੇ ਬਾਰੇ ਵਿੱਚ ਦੱਸਿਆ। ਇੱਧਰ ਸ਼ਾਰਦਾ ਜੀ ਭੁੱਖੀ ਪਿਆਸੀ ਬੈਠੀ ਸੀ ਅਤੇ ਆਪਣੇ ਪੁੱਤ ਦਾ ਇੰਤਜ਼ਾਰ ਕਰਦੀ ਰਹੀ। ਠੰਡ ਨਾਲ ਸਿਕੜਦੇ ਹੋਏ ਉਹਨਾਂ ਨੇ ਇਵੇਂ ਹੀ ਪੂਰੀ ਰਾਤ ਬਿਤਾ ਦਿੱਤੀ। ਹੁਣ ਉਹ ਬਹੁਤ ਚਿੰਤਿਤ ਸੀ ਕਿਉਂਕਿ ਉਹ ਉੱਥੇ ਆਪਣੇ ਪੁੱਤ ਦੇ ਇਲਾਵਾ ਕਿਸੇ ਹੋਰ ਨੂੰ ਜਾਣਦੀ ਵੀ ਤਾਂ ਨਹੀਂ ਸੀ। ਇੱਕ ਅਮਨ ਹੀ ਸੀ ਜਿਸਨੇ ਅੱਗੇ ਵੱਧ ਕੇ ਮਦਦ ਦੇਣਾ ਚਾਹਿਆ, ਪਰ ਹੁਣ ਤਾਂ ਉਹ ਵੀ ਨਹੀਂ ਸੀ। ਉਹ ਬੇਚਾਰੀ ਪੂਰੀ ਰਾਤ ਠੰਡ ਵਿੱਚ ਇਵੇਂ ਹੀ ਬੈਠੀ ਰਹੀ। ਅਗਲੀ ਸਵੇਰ ਜਦ ਅਮਨ ਵਾਪਿਸ ਆਪਣੇ ਕੰਮ ਪਰ ਆਇਆ ਤਾਂ ਉਸਨੇ ਦੇਖਿਆ ਕਿ ਸ਼ਾਰਦਾ ਜੀ ਹੁਣੇ ਵੀ ਉੱਥੇ ਹੀ ਬੈਠੀ ਹੋਈ ਸੀ। ਅਮਨ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਅਤੇ ਪੁੱਛਿਆ, ਅੰਮਾ ਜੀ, ਹੁਣੇ ਤੱਕ ਤੁਹਾਡਾ ਬੇਟਾ ਨਹੀਂ ਆਇਆ ਕਿਆ? ਨਹੀਂ ਬੇਟਾ, ਪਤਾ ਨਹੀਂ ਮੇਰਾ ਪੁੱਤ ਕਿੱਥੇ ਚਲਾ ਗਿਆ, ਰੋਂਦੀ ਰੋਂਦੀ ਸ਼ਾਰਦਾ ਜੀ ਬੋਲੀ। ਤਾਂ ਅਮਨ ਨੇ ਉਹਨਾਂ ਨੂੰ ਪਾਣੀ ਪਿਲਾ ਕੇ ਸ਼ਾਂਤ ਕੀਤਾ ਅਤੇ ਬੋਲਿਆ, ਅੰਮਾ ਜੀ, ਮੈਂ ਤੁਹਾਨੂੰ ਨਹੀਂ ਕਿਹਾ ਪਰ ਮੈਨੂੰ ਕੱਲ੍ਹ ਹੀ ਸ਼ੱਕ ਹੋ ਗਿਆ ਸੀ। ਤੁਸੀਂ ਮੰਨੋ ਜਾਂ ਨਾ ਮੰਨੋ, ਤੁਹਾਡਾ ਬੇਟਾ ਤੁਹਾਨੂੰ ਇੱਥੇ ਛੱਡ ਕੇ ਹਮੇਸ਼ਾ ਦੇ ਲਈ ਚਲਾ ਗਿਆ ਹੈ ਅਤੇ ਹੁਣ ਉਹ ਤੁਹਾਨੂੰ ਲੈਣ ਕਦੀ ਵਾਪਿਸ ਨਹੀਂ ਆਵੇਗਾ। ਇਹ ਸੁਣਦੇ ਹੀ ਸ਼ਾਰਦਾ ਜੀ ਫੁੱਟ ਕੇ ਰੋਣ ਲੱਗੀ। ਉਹਨਾਂ ਦੀ ਹਾਲਤ ਦੇਖ ਕੇ ਅਮਨ ਨੂੰ ਉਹਨਾਂ ਪਰ ਬਹੁਤ ਤਰਸ ਆ ਰਿਹਾ ਸੀ। ਉਸਨੇ ਕੁਝ ਨਹੀਂ ਕਿਹਾ। ਉਹ ਸੋਚਣ ਲੱਗਾ ਕਿ ਹੁਣ ਸ਼ਾਇਦ ਇਹ ਮਾਤਾ ਜੀ ਆਪਣੇ ਕਿਸੇ ਜਾਣਕਾਰ ਦੇ ਇੱਥੇ ਜਾਂ ਫਿਰ ਆਪਣੇ ਘਰ ਵਾਪਿਸ ਮੁੜ ਜਾਣਗੀ। ਅਮਨ ਆਪਣਾ ਕੰਮ ਕਰਨੇ ਦੇ ਲਈ ਚਲਾ ਗਿਆ ਅਤੇ ਸ਼ਾਰਦਾ ਜੀ ਉੱਥੇ ਹੀ ਬੈਂਚ ਪਰ ਬੈਠੀ ਬੈਠੀ ਰੋਂਦੀ ਰਹੀ ਅਤੇ ਅਚਾਨਕ ਬੈਂਚ ਤੋਂ ਗਿਰ ਪਈ ਤਾਂ ਉੱਥੇ ਲੋਕਾਂ ਦਾ ਜਮਵਾੜਾ ਲੱਗ ਗਿਆ ਅਤੇ ਆਸ-ਪਾਸ ਦੇ ਸਾਰੇ ਲੋਕ ਉੱਥੇ ਆਉਣ ਲੱਗੇ। ਲੋਕਾਂ ਦੀ ਭੀੜ ਨੂੰ ਦੇਖ ਕੇ ਅਮਨ ਵੀ ਉੱਥੇ ਆਇਆ। ਏਅਰਪੋਰਟ ਦੇ ਹੋਰ ਕਰਮਚਾਰੀ ਵੀ ਉੱਥੇ ਇਕੱਠੇ ਹੋਏ ਸੀ। ਅਮਨ ਨੇ ਆ ਕੇ ਦੇਖਿਆ ਕਿ ਸ਼ਾਰਦਾ ਜੀ ਹੇਠਾਂ ਜ਼ਮੀਨ ਪਰ ਗਿਰ ਗਈ ਸੀ। ਉਹ ਥੋੜਾ ਘਬਰਾ ਗਿਆ। ਉਸਨੇ ਉਹਨਾਂ ਨੂੰ ਤੁਰੰਤ ਚੁੱਕਿਆ ਅਤੇ ਫਿਰ ਤੋਂ ਬੈਂਚ ਪਰ ਲਿਟਾਇਆ। ਇੰਨੇ ਵਿੱਚ ਏਅਰਪੋਰਟ ਦੇ ਹੋਰ ਕਰਮਚਾਰੀ ਉੱਥੇ ਉਪਸਥਿਤ ਇੱਕ ਡਾਕਟਰ ਨੂੰ ਲੈ ਕੇ ਆਏ, ਜਿਸਨੇ ਆ ਕੇ ਦੱਸਿਆ ਕਿ ਉਹ ਔਰਤ ਕਮਜ਼ੋਰੀ ਦੇ ਚੱਲਦੇ ਬੇਹੋਸ਼ ਹੋ ਗਈ। ਪਾਣੀ ਦੇ ਛਿੱਟੇ ਮਾਰ ਕੇ ਉਹਨਾਂ ਨੂੰ ਹੋਸ਼ ਵਿੱਚ ਲਿਆਉਣੇ ਦੇ ਬਾਅਦ ਸਾਰੇ ਆਪਣੇ ਆਪਣੇ ਕੰਮ ਪਰ ਲੱਗ ਗਏ ਅਤੇ ਅਮਨ ਨੇ ਉਹਨਾਂ ਤੋਂ ਪੁੱਛਿਆ, ਮਾਂ ਜੀ, ਤੁਸੀਂ ਬੇਹੋਸ਼ ਕਿਵੇਂ ਹੋ ਗਈ? ਡਾਕਟਰ ਨੇ ਦੱਸਿਆ ਕਮਜ਼ੋਰੀ ਹੋਈ ਸੀ। ਕਿਆ ਤੁਸੀਂ
ਕੱਲ ਤੋਂ ਕੁਝ ਵੀ ਨਹੀਂ ਖਾਇਆ? ਸ਼ਾਰਦਾ ਜੀ ਨੇ ਨਾਂਹ ਵਿੱਚ ਗਰਦਨ ਹਿਲਾਉਂਦੇ ਹੋਏ ਕਿਹਾ। ਬੇਟਾ, ਮੈਂ ਤਾਂ ਇੱਥੇ ਆਪਣੇ ਬੇਟੇ ਦੇ ਭਰੋਸੇ ਹੀ ਬੈਠੀ ਸੀ। ਮੈਨੂੰ ਕਿਆ ਪਤਾ ਸੀ ਕਿ ਉਹ ਮੇਰੇ ਨਾਲ ਐਸਾ ਕਰੇਗਾ। ਮੇਰੇ ਕੋਲ ਇੱਕ ਪੈਸਾ ਵੀ ਨਹੀਂ ਸੀ ਜੋ ਮੈਂ ਕੁਝ ਖਰੀਦ ਵੀ ਪਾਉਂਦੀ। ਅਮਨ ਨੂੰ ਉਹਨਾਂ ਦੀ ਦਸ਼ਾ ਪਰ ਹੋਰ ਜ਼ਿਆਦਾ ਤਰਸ ਆ ਰਿਹਾ ਸੀ। ਉਹ ਬੋਲਿਆ, ਮਾਂ ਜੀ, ਤੁਸੀਂ ਮੇਰੇ ਨਾਲ ਚੱਲੋ। ਪਹਿਲਾਂ ਕੁਝ ਖਾ ਲਵੋ, ਫਿਰ ਕੁਝ ਗੱਲ ਕਰਨਾ। ਅਮਨ ਸ਼ਾਰਦਾ ਜੀ ਨੂੰ ਲੈ ਕੇ ਉੱਥੇ ਕੋਲ ਵਿੱਚ ਇੱਕ ਕੰਟੀਨ ਵਿੱਚ ਲੈ ਕੇ ਪਹੁੰਚਿਆ ਅਤੇ ਉਸਨੇ ਸ਼ਾਰਦਾ ਜੀ ਦੇ ਲਈ ਖਾਣਾ ਮੰਗਵਾਇਆ। ਹੁਣ ਉਸਨੇ ਉਹਨਾਂ ਤੋਂ ਗੱਲਾਂ ਵਿੱਚ ਜਾਣਨੇ ਦੀ ਕੋਸ਼ਿਸ਼ ਕੀਤੀ। ਉਹ ਬੋਲਿਆ, ਮਾਂ ਜੀ, ਤੁਸੀਂ ਕਦ ਤੋਂ ਇੱਥੇ ਬੈਠੀ ਸੀ? ਹੁਣ ਜਦ ਤੁਹਾਨੂੰ ਪਤਾ ਚੱਲ ਹੀ ਗਿਆ ਹੈ ਕਿ ਤੁਹਾਡਾ ਬੇਟਾ ਹੁਣ ਤੁਹਾਨੂੰ ਲੈਣ ਵਾਪਿਸ ਨਹੀਂ ਆਏਗਾ, ਤਾਂ ਤੁਸੀਂ ਆਪਣੇ ਘਰ ਵਾਪਿਸ ਕਿਉਂ ਨਹੀਂ ਚਲੀ ਜਾਂਦੀ? ਤੁਸੀਂ ਹੁਣ ਆਪਣੇ ਘਰ ਵਾਪਿਸ ਮੁੜ ਜਾਣਾ। ਇੱਥੇ ਤਾਂ ਤੁਹਾਡੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਜਾਏਗੀ। ਸ਼ਾਰਦਾ ਜੀ ਬੋਲੀ, ਬੇਟਾ, ਮੈਂ ਜਾਵਾਂ ਵੀ ਤਾਂ ਕਿੱਥੇ ਜਾਵਾਂ? ਮੇਰੇ ਬੇਟੇ ਨੇ ਮੈਨੂੰ ਕਿਸੇ ਲਾਇਕ ਨਹੀਂ ਛੱਡਿਆ। ਮਤਲਬ? ਹੈਰਾਨ ਹੁੰਦੇ ਹੋਏ ਅਮਨ ਨੇ ਕਿਹਾ। ਤਾਂ ਸ਼ਾਰਦਾ ਜੀ ਨੇ ਦੱਸਿਆ ਕਿ ਵਿਦੇਸ਼ ਜਾਣੇ ਤੋਂ ਪਹਿਲਾਂ ਉਹਨਾਂ ਦਾ ਬੇਟਾ ਜਦ ਉਹਨਾਂ ਨੂੰ ਲੈਣ ਪਿੰਡ ਆਇਆ ਸੀ ਤਾਂ ਉਸਨੇ ਕਿਹਾ ਸੀ, ਮਾਂ, ਹੁਣ ਮੈਂ ਤੁਹਾਨੂੰ ਹਮੇਸ਼ਾ ਦੇ ਲਈ ਆਪਣੇ ਨਾਲ ਲੈ ਜਾਣ ਆਇਆ ਹਾਂ। ਚਲੋ ਮੇਰੇ ਨਾਲ, ਅਤੇ ਹੁਣ ਸਾਡਾ ਵਾਪਿਸ ਆਉਣਾ ਨਹੀਂ ਹੋਗਾ ਤਾਂ ਅਸੀਂ ਘਰ ਨੂੰ ਵੇਚ ਚੱਲਦੇ ਹਾਂ। ਉਸਨੇ ਮੇਰਾ ਘਰ ਵੀ ਵੇਚ ਦਿੱਤਾ। ਹੁਣ ਮੇਰੇ ਕੋਲ ਸੜਕਾਂ ਪਰ ਰਹਿਣੇ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਹ ਕਹਿੰਦੀ ਉਹ ਰੋਣ ਲੱਗੀ। ਉਹਨਾਂ ਦੀ ਹਾਲਤ ਦੇਖ ਕੇ ਉਸ ਨੂੰ ਬਹੁਤ ਦੁੱਖ ਹੋ ਰਿਹਾ ਸੀ, ਪਰ ਉਹ ਕਰਦਾ ਵੀ ਕਿਆ? ਬੇਚਾਰਾ ਉਹ ਖੁਦ ਇੱਕ ਛੋਟੀ ਜਿਹੀ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ, ਇਸ ਲਈ ਉਹ ਕੁਝ ਨਾ ਕਹਿ ਸਕਿਆ। ਉਸਨੇ ਉਹਨਾਂ ਨੂੰ ਸ਼ਾਂਤ ਕਰਵਾਇਆ ਅਤੇ ਖਾਣੇ ਦਾ ਬਿੱਲ ਦੇ ਕੇ ਉੱਥੇ ਤੋਂ ਚਲਾ ਗਿਆ। ਸ਼ਾਮ ਨੂੰ ਜਦ ਉਹ ਆਪਣੇ ਕੰਮ ਤੋਂ ਘਰ ਵਾਪਿਸ ਮੁੜਨ ਲੱਗਾ ਤਾਂ ਦੇਖਿਆ ਕਿ ਸ਼ਾਰਦਾ ਜੀ ਏਅਰਪੋਰਟ ਦੇ ਬਾਹਰ ਫੁੱਟਪਾਥ ਵਾਲੀ ਜਗ੍ਹਾ ਪਰ ਇੱਕ ਬੁੱਢੀ ਔਰਤ ਬੈਠੀ ਸੀ ਅਤੇ ਉਸਦੇ ਆਸ-ਪਾਸ ਕੁੱਤੇ ਭੌਂਕ ਰਹੇ ਸੀ ਅਤੇ ਉਹ ਬੁੱਢੀ ਔਰਤ ਕੁੱਤਿਆਂ ਤੋਂ ਬਚਣੇ ਦੇ ਲਈ ਉੱਥੇ ਪਿਆ ਪੱਥਰ ਚੁੱਕ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਇਸੇ ਕਾਰਨ ਉਹ ਕੁੱਤੇ ਹੋਰ ਜ਼ਿਆਦਾ ਭੌਂਕ ਰਹੇ ਸੀ, ਜਿਨ੍ਹਾਂ ਦੀ ਆਵਾਜ਼ ਨਾਲ ਆਸ-ਪਾਸ ਦੇ ਹੋਰ ਕੁੱਤੇ ਵੀ ਦੌੜੇ ਆ ਰਹੇ ਸੀ ਅਤੇ ਉਹ ਬੁੱਢੀ ਔਰਤ ਵਿਚਾਰੀ ਡਰਦੇ ਉਹਨਾਂ ਨੂੰ ਭਜਾਣੇ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਧੀਮੇ ਕਦਮਾਂ ਨਾਲ ਪਿੱਛੇ ਹਟ ਰਹੀ ਸੀ। ਉੱਥੇ ਹੀ ਲੱਗੀ ਇੱਕ ਸਟਰੀਟ ਲਾਈਟ ਦੀ ਰੋਸ਼ਨੀ ਵਿੱਚ ਉਸਨੇ ਦੇਖਿਆ ਤਾਂ ਪਤਾ ਚੱਲਿਆ ਕਿ ਇਹ ਬੁੱਢੀ ਔਰਤ ਕੋਈ ਹੋਰ ਨਹੀਂ ਬਲਕਿ ਸ਼ਾਰਦਾ ਜੀ ਹਨ ਅਤੇ ਹੁਣ ਇਹ ਸਭ ਦੇਖ ਕੇ ਅਮਨ ਤੋਂ ਰੁਕਿਆ ਨਾ ਗਿਆ। ਉਹ ਉੱਥੇ ਗਿਆ ਅਤੇ ਇੱਕ ਡੰਡੇ ਨਾਲ ਕੁੱਤਿਆਂ ਨੂੰ ਭਜਾ ਕੇ ਸ਼ਾਰਦਾ ਜੀ ਨੂੰ ਇੱਕ ਤਰਫ ਬਿਠਾਇਆ। ਉਹ ਥੋੜਾ ਸਾਈਡ ਵਿੱਚ ਜਾ ਕੇ ਆਪਣੀ ਪਤਨੀ ਨੂੰ ਫੋਨ ਮਿਲਾਉਂਦਾ ਹੈ ਅਤੇ ਆਪਣੀ ਪਤਨੀ ਨੂੰ ਅੱਜ ਦੀ ਸਾਰੀ ਘਟਨਾ ਦੱਸਦੇ ਹੋਏ ਕਹਿੰਦਾ ਹੈ, ਵੀਨਾ, ਮੈਂ ਆਪਣੀ ਮਾਂ ਨੂੰ ਤਾਂ ਪੈਸਿਆਂ ਦੀ ਕਮੀ ਦੇ ਕਾਰਨ ਬਚਾ ਨਹੀਂ ਪਾਇਆ, ਪਰ ਜੇਕਰ ਕਦੀ ਮੈਂ ਆਉਂਦੇ ਜਾਂਦੇ ਦੇਖਿਆ ਕਿ ਇਹਨਾਂ ਅੰਮਾ ਜੀ ਦੇ ਨਾਲ ਕੁਝ ਬੁਰਾ ਹੋ ਗਿਆ ਤਾਂ ਮੈਂ ਸ਼ਾਇਦ ਖੁਦ ਨੂੰ ਕਦੀ ਮਾਫ ਨਾ ਕਰ ਪਾਵਾਂ ਅਤੇ ਫਿਰ ਹੁਣ ਕੁਝ ਹੋ ਜਾ ਨਾ ਹੋ, ਘੱਟ ਤੋਂ ਘੱਟ 2 ਵਕਤ ਦੀ ਰੋਟੀ ਤਾਂ ਅਸੀਂ ਇਹਨਾਂ ਨੂੰ ਦੇ ਹੀ ਸਕਦੇ ਹਾਂ। ਹੋਰ ਬੁੱਢੇ ਆਦਮੀ ਨੂੰ ਕਿਆ ਚਾਹੀਦਾ? ਜੇਕਰ ਤੂੰ ਕਹੇ ਤਾਂ ਮੈਂ ਇਹਨਾਂ ਨੂੰ ਆਪਣੇ ਨਾਲ ਘਰ ਲੈ ਆਵਾਂ। ਵੀਨਾ ਕਾਫੀ ਸਮਝਦਾਰ ਸੀ। ਉਹ ਬੋਲੀ, ਕੋਈ ਗੱਲ ਨਹੀਂ ਹੈ। ਜੇਕਰ ਤੁਹਾਨੂੰ ਸਹੀ ਲੱਗਦਾ ਹੈ ਤਾਂ ਲੈ ਆਓ। ਸਾਡੇ ਤੋਂ ਜਿੰਨਾ ਹੋ ਸਕੇਗਾ ਉਨੀ ਉਹਨਾਂ ਦੀ ਮਦਦ ਕਰਾਂਗੇ ਅਤੇ ਫਿਰ ਜਿਵੇਂ ਅਸੀਂ ਸਭ ਖਾ ਪੀ ਰਹੇ ਹਾਂ ਸੋਚ ਲਵਾਂਗੇ ਘਰ ਵਿੱਚ ਇੱਕ ਹੋਰ ਮੈਂਬਰ ਵੱਧ ਗਿਆ ਹੈ। ਇਹ ਸੁਣ ਕੇ ਅਮਨ ਬਹੁਤ ਖੁਸ਼ ਹੋਇਆ ਅਤੇ ਸ਼ਾਰਦਾ ਜੀ ਨੂੰ ਲੈ ਕੇ
ਆਪਣੇ ਘਰ ਪਹੁੰਚਿਆ। ਉਸਦਾ ਘਰ ਬਹੁਤ ਛੋਟਾ ਸੀ, ਜਿੱਥੇ ਉਹ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਰਹਿੰਦਾ ਸੀ। ਸ਼ਾਰਦਾ ਜੀ ਨੇ ਜਦ ਇਹ ਦੇਖਿਆ ਤਾਂ ਉਹਨਾਂ ਨੇ ਕਿਹਾ, ਬੇਟਾ ਤੁਸੀਂ ਲੋਕ ਮੇਰੇ ਕਾਰਨ ਪਰੇਸ਼ਾਨ ਹੋ ਜਾਓਗੇ। ਕੋਈ ਗੱਲ ਨਹੀਂ, ਈਸ਼ਵਰ ਨੇ ਮੇਰੇ ਨਸੀਬ ਵਿੱਚ ਜੋ ਲਿਖਿਆ ਹੈ ਹੋਵੇਗਾ ਤਾਂ ਉਹੀ। ਇਸ ਲਈ ਪਰੇਸ਼ਾਨ ਨਾ ਹੋ, ਮੈਂ ਕਿਤੇ ਹੋਰ ਰਹਿ ਲੂੰਗੀ। ਅਮਨ ਕਹਿੰਦਾ ਹੈ, ਨਹੀਂ ਮਾਂ ਜੀ, ਸਾਨੂੰ ਤੁਹਾਡੇ ਆਉਣੇ ਨਾਲ ਕੋਈ ਪਰੇਸ਼ਾਨੀ ਨਹੀਂ ਹੋਗੀ, ਉਲਟਾ ਖੁਸ਼ੀ ਹੋਗੀ, ਹੈ ਨਾ ਵੀਨਾ? ਵੀਨਾ ਨੇ ਵੀ ਖੁਸ਼ ਹੁੰਦੇ ਹੋਏ ਕਿਹਾ, ਹਾਂ ਮਾਂ ਜੀ, ਇਹ ਬਿਲਕੁਲ ਸਹੀ ਕਹਿ ਰਹੇ ਹਨ। ਸਾਨੂੰ ਤੁਹਾਡੇ ਆਉਣੇ ਨਾਲ ਕੋਈ ਪਰੇਸ਼ਾਨੀ ਨਹੀਂ ਹੈ। ਅਤੇ ਫਿਰ ਹੁਣੇ ਤੁਸੀਂ ਹੀ ਤਾਂ ਕਿਹਾ ਕਿ ਜੋ ਤੁਹਾਡੇ ਨਸੀਬ ਵਿੱਚ ਹੈ ਉਹੀ ਹੋਗਾ, ਤਾਂ ਬਸ ਤੁਸੀਂ ਮੰਨ ਲਵੋ ਕਿ ਹੁਣ ਤੋਂ ਤੁਹਾਡੇ ਨਸੀਬ ਵਿੱਚ ਇਸ ਘਰ ਵਿੱਚ ਰਹਿਣਾ ਹੀ ਲਿਖਿਆ ਹੈ। ਅੰਦਰ ਆਓ ਮਾਂ ਜੀ ਅਤੇ ਇਸ ਨੂੰ ਆਪਣਾ ਹੀ ਘਰ ਸਮਝੋ। ਵੀਨਾ ਸ਼ਾਰਦਾ ਜੀ ਦਾ ਹੱਥ ਫੜ ਕੇ ਉਹਨਾਂ ਨੂੰ ਅੰਦਰ ਲੈ ਆਈ, ਉਹਨਾਂ ਨੂੰ ਬੈਠਣੇ ਦੇ ਲਈ ਆਸਣ ਦਿੱਤਾ ਅਤੇ ਪਾਣੀ ਲਿਆ ਕੇ ਦਿੱਤਾ। ਫਿਰ ਪਰਿਵਾਰ ਦੇ ਸਾਰੇ ਲੋਕ ਇਕੱਠੇ ਖਾਣਾ ਖਾਣ ਬੈਠੇ। ਸ਼ਾਰਦਾ ਜੀ ਹੁਣੇ ਤੱਕ ਥੋੜ੍ਹੀ ਜਿਹੀ ਅਸਹਿਜ ਮਹਿਸੂਸ ਕਰ ਰਹੀ ਸੀ। ਉਹ ਵੀ ਸਾਰਿਆਂ ਦੇ ਨਾਲ ਖਾਣਾ ਖਾਣ ਲੱਗੀ। ਵੀਨਾ ਨੇ ਕਿਹਾ, ਮਾਂ ਜੀ, ਸਾਡੇ ਘਰ ਵਿੱਚ ਥੋੜ੍ਹੀ ਘੱਟ ਜਗ੍ਹਾ ਹੈ, ਪਰ ਸਾਡੇ ਦਿਲ ਵਿੱਚ ਤੁਹਾਡੇ ਲਈ ਬਹੁਤ ਜਗ੍ਹਾ ਹੈ। ਤੁਸੀਂ ਬਿਲਕੁਲ ਬੇਫਿਕਰ ਰਹੋ ਅਤੇ ਸਾਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝੋ। ਜਿਵੇਂ ਘਰ ਦੇ ਬਾਕੀ ਮੈਂਬਰ ਰਹਿੰਦੇ ਹਨ, ਵੈਸੇ ਹੀ ਅੱਜ ਤੋਂ ਤੁਸੀਂ ਵੀ ਇਸ ਘਰ ਦੀ ਮੈਂਬਰ ਹੋ, ਤਾਂ ਤੁਸੀਂ ਬਿਲਕੁਲ ਬੇਫਿਕਰ ਰਹੋ। ਜੇਕਰ ਤੁਹਾਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਦੱਸਣਾ। ਸ਼ਾਰਦਾ ਜੀ ਵੀਨਾ ਦੀ ਗੱਲ ਸੁਣ ਕੇ ਅੱਖਾਂ ਵਿੱਚ ਹੰਝੂ ਭਰ ਕੇ ਉਸਦੇ ਸਿਰ ਪਰ ਹੱਥ ਰੱਖਦੇ ਹੋਏ ਬੋਲੀ, ਸਦਾ ਖੁਸ਼ ਰਹੋ ਬੇਟੀ। ਉਮਰ ਦੇ ਜਿਸ ਪੜਾਅ ਵਿੱਚ ਮੈਨੂੰ ਮੇਰੇ ਆਪਣੇ ਪੁੱਤ ਨੇ ਠੁਕਰਾ ਦਿੱਤਾ, ਉੱਥੇ ਤੁਸੀਂ ਦੋਨਾਂ ਨੇ ਮੇਰਾ ਇਸ ਮੁਸ਼ਕਿਲ ਘੜੀ ਵਿੱਚ ਸਾਥ ਦਿੱਤਾ ਹੈ। ਅੱਜ ਦੇ ਬਾਅਦ ਤੁਸੀਂ ਹੀ ਮੇਰੇ ਪੁੱਤ ਅਤੇ ਨੂੰਹ ਹੋ। ਹੁਣ ਉਹਨਾਂ ਦੇ ਹੰਝੂ ਪੂੰਝਦੇ ਹੋਏ ਵੀਨਾ ਬੋਲੀ, ਬਸ ਮਾਂ ਜੀ, ਹੁਣ ਖਾਣਾ ਖਾ ਲਵੋ। ਸਾਰੇ ਲੋਕਾਂ ਨੇ ਖਾਣਾ ਖਾਇਆ ਅਤੇ ਸਾਰੇ ਸੌ ਗਏ। ਅਗਲੀ ਸਵੇਰ ਅਮਨ ਨਹਾ ਧੋ ਕੇ ਆਪਣੇ ਕੰਮ ਪਰ ਚਲਾ ਗਿਆ ਅਤੇ ਬੱਚੇ ਸਕੂਲ ਚਲੇ ਗਏ। ਘਰ ਪਰ ਸਿਰਫ ਸ਼ਾਰਦਾ ਜੀ ਅਤੇ ਵੀਨਾ ਬਚੀ ਸੀ। ਉਹ ਦੋਵੇਂ ਪੂਰਾ ਦਿਨ ਘਰ ਵਿੱਚ ਗੱਲਾਂ ਕਰਦੀ ਰਹੀ। ਵੀਨਾ ਨੇ ਆਪਣੇ ਘਰ ਪਰਿਵਾਰ ਅਤੇ ਹਾਲਾਤਾਂ ਦੇ ਬਾਰੇ ਵਿੱਚ ਸਭ ਦੱਸਿਆ ਅਤੇ ਵੈਸੇ ਹੀ ਸ਼ਾਰਦਾ ਜੀ ਨੇ ਆਪਣੇ ਨੂੰਹ ਪੁੱਤ ਦੀ ਕਰਤੂਤਾਂ ਵੀਨਾ ਨੂੰ ਦੱਸੀ, ਜਿਨ੍ਹਾਂ ਨੂੰ ਸੁਣ ਕੇ ਵੀਨਾ ਆਪਣੇ ਮੂੰਹ ਪਰ ਹੱਥ ਰੱਖ ਕੇ ਬੈਠ ਗਈ। ਮਾਂ ਜੀ, ਤੁਹਾਡੇ ਪੁੱਤ ਨੂੰ ਕਿੰਨੇ ਘਟੀਆ ਇਨਸਾਨ ਹਨ। ਭਲਾ ਆਪਣੀ ਮਾਂ ਦੇ ਨਾਲ ਇਹੋ ਜਿਹਾ ਕੌਣ ਕਰਦਾ ਹੈ। ਉਹ ਦੋਵੇਂ ਹੁਣੇ ਤੁਹਾਡਾ ਦੁੱਖ ਨਹੀਂ ਸਮਝ ਪਾਣਗੇ। ਉਹਨਾਂ ਨੂੰ ਇਹ ਸਭ ਉਦੋਂ ਪਤਾ ਚੱਲੇਗਾ ਜਦ ਉਹਨਾਂ ਦੇ ਨਾਲ ਵੀ ਇਹੋ ਜਿਹਾ ਹੀ ਹੋਵੇਗਾ। ਸ਼ਾਰਦਾ ਜੀ ਵੀਨਾ ਨੂੰ ਕਹਿੰਦੀ ਹਨ, ਬੇਟੀ, ਤੇਰੇ ਘਰ ਵਿੱਚ ਚਾਹੇ ਕਿੰਨੀ ਵੀ ਘੱਟ ਜਗ੍ਹਾ ਹੈ, ਪਰ ਤੇਰਾ ਦਿਲ ਅਤੇ ਤੇਰੀ ਨੀਅਤ ਬਹੁਤ ਸਾਫ਼ ਅਤੇ ਨੇਕ ਹੈ। ਤੂੰ ਪਰੇਸ਼ਾਨ ਨਾ ਹੋ। ਅੱਜ ਨਹੀਂ ਤਾਂ ਕੱਲ੍ਹ ਈਸ਼ਵਰ ਤੈਨੂੰ ਇਸ ਦਾ ਫਲ ਜ਼ਰੂਰ ਦੇਵੇਗਾ। ਹੁਣ ਸ਼ਾਮ ਨੂੰ ਅਮਨ ਆਇਆ ਅਤੇ ਸਭ ਨੇ ਇਕੱਠੇ ਬੈਠ ਕੇ ਖਾਣਾ ਖਾਇਆ ਅਤੇ ਖੂਬ ਗੱਪਾਂ ਮਾਰੀ। ਹੌਲੀ ਹੌਲੀ ਸ਼ਾਰਦਾ ਜੀ ਵੀ ਪਰਿਵਾਰ ਵਿੱਚ ਘੁਲ ਮਿਲ ਗਈ ਸੀ। ਦਿਨ ਬੀਤਦੇ ਰਹੇ ਅਤੇ ਇਵੇਂ ਹੀ ਸਭ ਦਾ ਕੰਮ ਚੱਲ ਰਿਹਾ ਸੀ। ਸ਼ਾਰਦਾ ਜੀ ਹੁਣ ਇਸ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਘਰ ਦੀ ਹਰ ਕਿਰਿਆਵਿਧੀ ਵਿੱਚ ਭਾਗ ਲੈਂਦੀ। ਵੀਨਾ ਵੀ ਬਹੁਤ ਸਾਰੇ ਕੰਮਾਂ ਤੋਂ ਬੇਫਿਕਰ ਹੋ ਗਈ ਸੀ, ਜਿਵੇਂ ਬੱਚਿਆਂ ਨੂੰ ਦੇਖਣਾ ਅਤੇ ਬਾਜ਼ਾਰ ਤੋਂ ਸਬਜ਼ੀਆਂ ਲਿਆਉਣਾ। ਇਸ ਤਰ੍ਹਾਂ ਦੀ ਅਨੇਕ ਛੋਟੀ ਛੋਟੀ ਜ਼ਿੰਮੇਦਾਰੀਆਂ ਤੋਂ ਉਹ ਮੁਕਤ ਹੋ ਗਈ ਸੀ ਅਤੇ ਉਹ ਇਸ ਗੱਲ ਨਾਲ ਬਹੁਤ ਖੁਸ਼ ਸੀ। ਉਹ ਹਮੇਸ਼ਾ ਹੀ ਕਹਿੰਦੀ ਸੀ ਕਿ ਸਾਡੇ ਘਰ ਵਿੱਚ ਕਿਸੇ ਬਜ਼ੁਰਗ ਦੀ ਕਮੀ ਬਹੁਤ ਲੱਗਦੀ ਹੈ, ਜੋ ਕਿ ਹੁਣ ਸ਼ਾਰਦਾ ਜੀ ਦੇ ਆਉਣੇ ਨਾਲ ਪੂਰੀ ਹੋ ਗਈ ਸੀ। ਜਿਸ ਤਰ੍ਹਾਂ ਕਿਸੇ ਪੇੜ ਦੀ ਜੜ ਹੀ ਉਸ ਪੇੜ ਦਾ ਵਜੂਦ ਹੁੰਦੀ ਹੈ, ਇਸ ਤਰ੍ਹਾਂ ਘਰ ਦਾ ਬੜਾ ਬਜ਼ੁਰਗ ਵੀ ਪਰਿਵਾਰ ਦੇ ਲਈ
ਉਸ ਜੜ ਦੇ ਸਮਾਨ ਹੀ ਹੁੰਦਾ ਹੈ ਅਤੇ ਅਮਨ ਦੇ ਪਰਿਵਾਰ ਰੂਪੀ ਪੇੜ ਨੂੰ ਸ਼ਾਰਦਾ ਜੀ ਦੇ ਆਉਣੇ ਨਾਲ ਇੱਕ ਮਜ਼ਬੂਤ ਜੜ ਮਿਲ ਗਈ ਸੀ। ਪੂਰਾ ਪਰਿਵਾਰ ਸੁਖੀ ਸੁਖੀ ਰਹਿ ਰਿਹਾ ਸੀ। ਸ਼ਾਰਦਾ ਜੀ ਨੇ ਇੱਕ ਵਾਰ ਅਮਨ ਨੂੰ ਕੁਝ ਕੰਮ ਕਰਨੇ ਦੇ ਲਈ ਕਿਹਾ ਸੀ, ਪਰ ਅਮਨ ਨੇ ਸਾਫ਼ ਮਨਾ ਕਰ ਦਿੱਤਾ। ਉਹ ਬੋਲਿਆ, ਮਾਂ, ਜੇਕਰ ਮੇਰੀ ਜਗ੍ਹਾ ਤੁਹਾਡਾ ਆਪਣਾ ਬੇਟਾ ਹੁੰਦਾ ਕਿਆ ਜਦ ਵੀ ਤੁਸੀਂ ਉਸ ਨੂੰ ਇਹੀ ਕਹਿੰਦੀ ਮੈਨੂੰ ਤੁਹਾਡੇ ਤੋਂ ਕੰਮ ਕਰਾਉਣਾ ਪਵੇ। ਹੁਣੇ ਇੰਨੇ ਬੁਰੇ ਦਿਨ ਵੀ ਨਹੀਂ ਆਏ ਹਨ ਮਾਂ, ਅਤੇ ਜੇਕਰ ਜ਼ਰੂਰਤ ਹੋਗੀ ਤਾਂ ਮੈਂ ਅਤੇ ਵੀਨਾ ਦੋਵੇਂ ਹਾਂ ਨਾ। ਤੁਸੀਂ ਘਰ ਪਰ ਆਰਾਮ ਨਾਲ ਰਹੋ, ਆਪਣਾ ਅਤੇ ਬੱਚਿਆਂ ਦਾ ਧਿਆਨ ਰੱਖੋ। ਜੇਕਰ ਮੈਨੂੰ ਜ਼ਰੂਰਤ ਲੱਗੇਗੀ ਤਾਂ ਮੈਂ ਤੁਹਾਨੂੰ ਦੱਸ ਦੂੰਗਾ। ਵੀਨਾ ਵੀ ਕਿਤੇ ਕੰਮ ਦੇਖ ਲੇਗੀ, ਪਰ ਹੁਣ ਇਹ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਤੁਸੀਂ ਪਰੇਸ਼ਾਨ ਨਾ ਹੋਵੋ। ਇਹ ਸਭ ਸੁਣ ਕੇ ਸ਼ਾਰਦਾ ਜੀ ਕੁਝ ਹੋਰ ਨਾ ਕਹਿ ਪਾਈ ਅਤੇ ਚੁੱਪਚਾਪ ਗਰਦਨ ਹਿਲਾ ਕੇ ਬੈਠ ਗਈ। ਇਹ ਸਭ ਦੇਖ ਕੇ ਵੀਨਾ ਹੱਸਣ ਲੱਗੀ ਅਤੇ ਬੋਲੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਪਰ ਤੁਸੀਂ ਹੀ ਸੀ, ਤੁਸੀਂ ਮੇਰੀ ਸੁਣਦੀ ਹੀ ਕਿੱਥੇ ਹੋ। ਹੁਣ ਠੀਕ ਹੈ, ਹੁਣ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ, ਤੁਹਾਡੇ ਬੇਟੇ ਨੇ ਜੋ ਕਹਿ ਦਿੱਤਾ। ਇਹ ਕਹਿ ਕੇ ਵੀਨਾ ਜ਼ੋਰ-ਜ਼ੋਰ ਨਾਲ ਹੱਸਣ ਲੱਗੀ ਅਤੇ ਸ਼ਾਰਦਾ ਜੀ ਦੇ ਕੋਲ ਆ ਕੇ ਉਹਨਾਂ ਦੇ ਮੋਢੇ ਪਰ ਹੱਥ ਰੱਖ ਕੇ ਬੋਲੀ, ਮਾਂ ਜੀ, ਤੁਸੀਂ ਖਾਮਖਾ ਪਰੇਸ਼ਾਨ ਹੁੰਦੀ ਹੋ, ਤੁਸੀਂ ਬੇਫਿਕਰ ਰਹੋ, ਸਭ ਹੋ ਜਾਵੇਗਾ। ਇਹ ਕਹਿ ਕੇ ਵੀਨਾ ਕਿਚਨ ਵਿੱਚ ਚਲੀ ਗਈ ਅਤੇ ਸਭ ਦੇ ਲਈ ਸਵਾਦਿਸ਼ਟ ਨਾਸ਼ਤਾ ਬਣਾ ਕੇ ਲਿਆਈ। ਨਾਸ਼ਤਾ ਕਰਕੇ ਅਮਨ ਆਪਣੇ ਕੰਮ ਅਤੇ ਬੱਚੇ ਸਕੂਲ ਚਲੇ ਗਏ ਅਤੇ ਵੀਨਾ ਘਰ ਦੇ ਕੰਮਾਂ ਵਿੱਚ ਲੱਗੀ ਸੀ। ਜਦੀ ਸ਼ਾਰਦਾ ਜੀ ਨੇ ਕਿਹਾ, ਨੂੰ ਮੈਂ ਸਬਜ਼ੀਆਂ ਲੈ ਆਉਂਦੀ ਹਾਂ, ਮੈਨੂੰ ਥੈਲਾ ਦੇ ਦਿਓ। ਸ਼ਾਰਦਾ ਜੀ ਥੈਲਾ ਲੈ ਕੇ ਸਬਜ਼ੀਆਂ ਖਰੀਦਣ ਨਿਕਲ ਗਈ। ਬਾਜ਼ਾਰ ਤੋਂ ਜਦ ਉਹ ਸਬਜ਼ੀਆਂ ਖਰੀਦ ਕੇ ਮੁੜ ਰਹੀ ਸੀ ਤਾਂ ਹੱਥ ਵਿੱਚ ਛੋਟਾ ਜਿਹਾ ਮਾਈਕ ਲੈ ਕੇ ਇੱਕ ਮੁੰਡਾ ਲਾਟਰੀ ਦੀ ਟਿਕਟ ਵੇਚ ਰਿਹਾ ਸੀ, ਜਿਸ ਵਿੱਚ ਹਰ ਇੱਕ ਟਿਕਟ 10 ਰੁਪਏ ਦੀ ਸੀ ਅਤੇ ਲਾਟਰੀ ਦੀ ਰਕਮ 10 ਕਰੋੜ ਰੁਪਏ ਸੀ। ਨਾ ਜਾਣੇ ਸ਼ਾਰਦਾ ਜੀ ਦੇ ਮਨ ਵਿੱਚ ਕਿਆ ਆਇਆ ਕਿ ਉਹਨਾਂ ਨੇ ਉਹ ਟਿਕਟ ਖਰੀਦ ਲਈ ਅਤੇ ਉਹ ਘਰ ਚਲੀ ਗਈ। ਘਰ ਜਾ ਕੇ ਉਹਨਾਂ ਨੇ ਸਬਜ਼ੀਆਂ ਵੀਨਾ ਨੂੰ ਦੇ ਦਿੱਤੀ। ਵੀਨਾ ਜਦ ਘਰ ਦੇ ਕੰਮਾਂ ਤੋਂ ਫ੍ਰੀ ਹੋ ਕੇ ਬੈਠੀ ਤਾਂ ਸ਼ਾਰਦਾ ਜੀ ਨੇ ਉਸ ਨੂੰ ਉਹ ਟਿਕਟ ਦਿੱਤੀ ਅਤੇ ਕਿਹਾ, ਬੇਟਾ, ਇਸ ਨੂੰ ਸੰਭਾਲ ਕੇ ਰੱਖ ਲੈ, ਕਿਆ ਪਤਾ ਸਾਡਾ ਨਸੀਬ ਵੀ ਖੁੱਲ੍ਹ ਜਾਵੇ। ਵੀਨਾ ਬੋਲੀ, ਮਾਂ, ਇਹ ਤੁਸੀਂ ਕਿਆ ਲੈ ਆਈ? ਇਹ ਸਭ ਝੂਠੀ ਗੱਲਾਂ ਹੁੰਦੀ ਹਨ, ਮੈਂ ਅੱਜ ਤੱਕ ਕਿਸੇ ਦੀ ਲਾਟਰੀ ਲੱਗਦੀ ਨਹੀਂ ਦੇਖੀ। ਖੈਰ ਕੋਈ ਗੱਲ ਨਹੀਂ, ਤੁਹਾਡਾ ਮਨ ਹੈ ਤਾਂ ਮੈਂ ਇਸ ਨੂੰ ਰੱਖ ਲੈਂਦੀ ਹਾਂ। ਇਹ ਕਹਿ ਕੇ ਵੀਨਾ ਨੇ ਉਹ ਲਾਟਰੀ ਦੀ ਟਿਕਟ ਆਪਣੇ ਪਰਸ ਵਿੱਚ ਪਾ ਦਿੱਤੀ। ਹੁਣ ਸ਼ਾਰਦਾ ਜੀ ਜਦ ਵੀ ਸਬਜ਼ੀਆਂ ਲੈਣ ਜਾਂਦੀ ਉਦੋਂ ਹੀ ਇੱਕ ਟਿਕਟ ਲੈ ਆਉਂਦੀ ਅਤੇ ਜਦ ਮਹੀਨੇ ਦੇ ਅੰਤ ਵਿੱਚ ਉਹਨਾਂ ਟਿਕਟਾਂ ਦੇ ਵਿਜੇਤਾ ਦੀ ਘੋਸ਼ਣਾ ਹੋਣ ਵਾਲੀ ਸੀ, ਜਦ ਉਸ ਮੁੰਡੇ ਨੇ ਟਿਕਟ ਦਿੰਦੇ ਸਮੇਂ ਦੱਸਿਆ ਕਿ ਮਾਂ ਜੀ, ਤੁਸੀਂ ਟੀਵੀ ਪਰ ਇਹ ਵਾਲਾ ਚੈਨਲ ਚਲਾ ਕੇ ਰੱਖਣਾ, ਇਸ ਪਰ ਲਾਟਰੀ ਦਾ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ ਅਤੇ ਆਪਣੀ ਟਿਕਟਾਂ ਨੂੰ ਵੀ ਸੰਭਾਲ ਕੇ ਰੱਖਣਾ। ਟੀਵੀ ਪਰ ਜੋ ਪਤਾ ਦੱਸਿਆ ਜਾਵੇਗਾ ਤੁਹਾਨੂੰ ਟਿਕਟ ਲੈ ਕੇ ਉੱਥੇ ਜਾਣਾ ਹੋਵੇਗਾ। ਜੇਕਰ ਤੁਹਾਡਾ ਨੰਬਰ ਆ ਜਾਂਦਾ ਹੈ ਤਾਂ, ਮਤਲਬ ਜੇਕਰ ਤੁਹਾਡੀ ਲਾਟਰੀ ਲੱਗ ਜਾਂਦੀ ਹੈ ਤਾਂ। ਠੀਕ ਹੈ। ਸ਼ਾਰਦਾ ਜੀ ਨੇ ਸਾਰੀ ਟਿਕਟਾਂ ਵੀਨਾ ਨੂੰ ਸੰਭਾਲ ਕੇ ਰੱਖਣੇ ਦੇ ਲਈ ਦਿੱਤੀ ਸੀ ਅਤੇ ਜਾ ਕੇ ਵੀਨਾ ਤੋਂ ਉਹ ਟਿਕਟਾਂ ਮੰਗਣ ਲੱਗੀ। ਉਹ ਬੋਲੀ, ਵੀਨਾ, ਕੱਲ੍ਹ ਬਹੁਤ ਜ਼ਰੂਰੀ ਦਿਨ ਹੈ ਬੇਟਾ, ਕੱਲ੍ਹ ਲਾਟਰੀ ਦਾ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ। ਇਸ ਬਾਰੇ ਵਿੱਚ ਵੀਨਾ ਜਾਂ ਸ਼ਾਰਦਾ ਜੀ ਨੇ ਅਮਨ ਨੂੰ ਨਹੀਂ ਦੱਸਿਆ ਸੀ ਅਤੇ ਸ਼ਾਰਦਾ ਜੀ ਨੇ ਇਸ ਵਾਰ ਵੀ ਵੀਨਾ ਨੂੰ ਰੋਕ ਦਿੱਤਾ। ਉਹ ਬੋਲੀ, ਵੀਨਾ, ਰਹਿਣੇ ਦਿਓ, ਜਦ ਲਾਟਰੀ ਲੱਗ ਜਾਵੇਗੀ ਉਦੋਂ ਦੱਸ ਦੇਵਾਂਗੇ ਅਤੇ ਜੇਕਰ ਨਹੀਂ ਲੱਗੀ ਤਾਂ ਸੋਚ ਲਵਾਂਗੇ ਕਿ ਸਾਡੇ ਇੰਨੇ ਪੈਸੇ ਗੁੰਮ ਗਏ। ਮਨ ਦਾ ਕਿਆ ਸਮਝਣਾ ਹੈ ਬੇਟਾ, ਖਾਮਖਾ ਜੇਕਰ ਅਮਨ ਨੇ ਵੀ ਉਮੀਦ ਲਗਾ ਲਈ ਤਾਂ ਉਸ ਨੂੰ ਵੀ ਦੁੱਖ ਹੋਵੇਗਾ, ਇਸ ਲਈ ਰਹਿਣ ਦਿੰਦੇ ਹਾਂ। ਵੀਨਾ ਵੀ ਮੰਨ ਗਈ ਅਤੇ
ਦੋਵੇਂ ਅਮਨ ਦੇ ਜਾਣੇ ਦੇ ਬਾਅਦ ਟੀਵੀ ਖੋਲ੍ਹ ਕੇ ਬੈਠ ਗਈ ਅਤੇ ਹੁਣ ਲਾਟਰੀ ਦਾ ਵਿਜੇਤਾ ਘੋਸ਼ਿਤ ਕੀਤਾ ਜਾਣਾ ਸੀ। ਵੀਨਾ ਸ਼ਾਰਦਾ ਜੀ ਦੁਆਰਾ ਲਿਆਈ ਗਈ 5 ਟਿਕਟਾਂ ਆਪਣੇ ਸਾਹਮਣੇ ਰੱਖ ਕੇ ਬੈਠ ਗਈ ਅਤੇ ਜਿਵੇਂ ਜਿਵੇਂ ਲਾਟਰੀ ਦਾ ਵਿਜੇਤਾ ਘੋਸ਼ਿਤ ਕੀਤਾ ਜਾ ਰਿਹਾ ਸੀ ਵੈਸੇ ਵੈਸੇ ਉਹ ਉਹਨਾਂ ਟਿਕਟਾਂ ਨੂੰ ਚੈੱਕ ਕਰ ਰਹੀ ਸੀ। ਲਾਟਰੀ ਦੇ 3 ਵਿਜੇਤਾ ਘੋਸ਼ਿਤ ਹੋਣੇ ਸੀ। ਪਹਿਲੇ ਵਿਜੇਤਾ ਨੂੰ 10 ਕਰੋੜ ਰੁਪਏ, ਦੂਸਰੇ ਵਿਜੇਤਾ ਨੂੰ 5 ਕਰੋੜ ਰੁਪਏ ਅਤੇ ਤੀਸਰੇ ਵਿਜੇਤਾ ਨੂੰ 50 ਲੱਖ ਰੁਪਏ ਦਾ ਇਨਾਮ ਸੀ। ਸ਼ਾਰਦਾ ਜੀ ਅਤੇ ਵੀਨਾ ਦੋਵੇਂ ਹੀ ਹੱਥ ਜੋੜ ਕੇ ਬੈਠੀ ਸੀ ਅਤੇ ਈਸ਼ਵਰ ਦਾ ਨਾਮ ਲਈ ਜਾ ਰਹੀ ਸੀ ਇਸ ਆਸ ਵਿੱਚ ਕਿ ਉਹਨਾਂ ਦੀ ਲਾਟਰੀ ਲੱਗ ਜਾਵੇ। ਤੀਸਰੇ ਵਿਜੇਤਾ ਤੋਂ ਦੱਸਣਾ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਤੀਸਰੇ ਵਿਜੇਤਾ ਦਾ ਨੰਬਰ ਘੋਸ਼ਿਤ ਕੀਤਾ ਗਿਆ, ਉਸ ਦੇ ਬਾਅਦ ਦੂਸਰੇ ਵਿਜੇਤਾ ਦਾ, ਪਰ ਸ਼ਾਰਦਾ ਜੀ ਦੀ ਇੱਕ ਵੀ ਟਿਕਟ ਵਿੱਚ ਉਹਨਾਂ ਦੋਨਾਂ ਵਿੱਚ ਤੋਂ ਇੱਕ ਵੀ ਨੰਬਰ ਨਹੀਂ ਆਇਆ। ਪਰ ਹੁਣੇ ਵੀ ਇੱਕ ਮੌਕਾ ਬਾਕੀ ਸੀ ਅਤੇ ਉਹ ਦੋਵੇਂ ਟੀਵੀ ਪਰ ਨਜ਼ਰਾਂ ਗੜਾਈ ਬੈਠੀ ਰਹੀ। ਜਿਵੇਂ ਹੀ ਤੀਸਰਾ ਵਿਜੇਤਾ ਘੋਸ਼ਿਤ ਕੀਤਾ ਗਿਆ ਤਾਂ ਉਹ ਦੋਵੇਂ ਆਪਣੇ ਸਿਰ ਪਰ ਹੱਥ ਰੱਖ ਕੇ ਬੈਠ ਗਈ ਕਿਉਂਕਿ ਤੀਸਰੇ ਨੰਬਰ ਦੀ ਟਿਕਟ ਜਾਣੀ ਜੋ ਪਹਿਲਾ ਵਿਜੇਤਾ ਸੀ ਜਿਸ ਨੂੰ 10 ਕਰੋੜ ਰੁਪਏ ਦਾ ਇਨਾਮ ਮਿਲਣਾ ਸੀ, ਉਹ ਵਿਜੇਤਾ ਵੀ ਕੋਈ ਹੋਰ ਨਿਕਲਿਆ। ਟਿਕਟ ਦਾ ਨੰਬਰ ਕੁਝ ਹੋਰ ਸੀ। ਸ਼ਾਰਦਾ ਜੀ ਦੇ ਕੋਲ ਸਥਿਤ ਟਿਕਟ ਵਿੱਚ ਤੋਂ ਇੱਕ ਦਾ ਵੀ ਨੰਬਰ ਉਸ ਨਾਲ ਮੇਲ ਨਹੀਂ ਖਾ ਰਿਹਾ ਸੀ। ਗੁੱਸੇ ਵਿੱਚ ਆ ਕੇ ਵੀਨਾ ਉਹਨਾਂ ਟਿਕਟਾਂ ਨੂੰ ਸੁੱਟਣ ਲੱਗੀ। ਜਦ ਹੀ ਟੀਵੀ ਪਰ ਘੋਸ਼ਣਾ ਕਰਨੇ ਵਾਲੇ ਐਂਕਰ ਨੇ ਕਿਹਾ, ਮਾफ़ੀ ਚਾਹਾਂਗੇ ਦਰਸ਼ਕੋ, ਪਰ ਇੱਥੇ ਇੱਕ ਛੋਟੀ ਜਿਹੀ ਗਲਤੀ ਹੋਈ ਹੈ। ਇਹ ਜੋ ਪਹਿਲਾ ਵਿਜੇਤਾ ਹੈ ਇਸ ਦੇ ਲਾਟਰੀ ਟਿਕਟ ਦੀ ਸੰਖਿਆ ਕੁਝ ਹੋਰ ਹੈ। ਗਲਤੀ ਪੜ੍ਹਨੇ ਵਾਲੇ ਤੋਂ ਹੋਈ ਹੈ ਅਤੇ ਹੁਣ ਉਸ ਐਂਕਰ ਨੇ ਪ੍ਰਥਮ ਵਿਜੇਤਾ ਦੀ ਲਾਟਰੀ ਦੀ ਟਿਕਟ ਦਾ ਨੰਬਰ ਘੋਸ਼ਿਤ ਕੀਤਾ ਅਤੇ ਜਿਵੇਂ ਹੀ ਵੀਨਾ ਅਤੇ ਸ਼ਾਰਦਾ ਜੀ ਨੇ ਦੇਖਿਆ ਤਾਂ ਉਹਨਾਂ ਦੀ ਅੱਖਾਂ ਖੁੱਲ੍ਹੀ ਦੀ ਖੁੱਲ੍ਹੀ ਰਹਿ ਗਈ ਕਿਉਂਕਿ ਸ਼ਾਰਦਾ ਜੀ ਕੱਲ੍ਹ ਜੋ ਟਿਕਟ ਲੈ ਕੇ ਆਈ ਸੀ ਉਹੀ ਟਿਕਟ ਪ੍ਰਥਮ ਵਿਜੇਤਾ ਸੀ। ਇਹ ਦੇਖ ਕੇ ਦੋਵੇਂ ਫੁੱਲੀ ਨਾ ਸਮਾਈ ਅਤੇ ਖੁਸ਼ ਹੋ ਕੇ ਨੱਚਣ ਲੱਗੀ। ਦੋਵੇਂ ਬਹੁਤ ਜ਼ਿਆਦਾ ਖੁਸ਼ ਸੀ। ਵੀਨਾ ਅਤੇ ਸ਼ਾਰਦਾ ਜੀ ਦੋਵੇਂ ਬਹੁਤ ਜ਼ਿਆਦਾ ਖੁਸ਼ ਸੀ ਅਤੇ ਖੁਸ਼ੀ ਦੇ ਮਾਰੇ ਉਹ ਦੋਵੇਂ ਉਛਲ ਰਹੀ ਸੀ ਕਿ ਜਦੀ ਅਮਨ ਘਰ ਆ ਗਿਆ। ਦਰਅਸਲ ਉਹ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਘਰ ਭੁੱਲ ਗਿਆ ਸੀ ਜੋ ਕਿ ਕਈ ਦਿਨਾਂ ਤੋਂ ਏਅਰਪੋਰਟ ਵਾਲੇ ਉਸ ਤੋਂ ਮੰਗਾ ਰਹੇ ਸੀ, ਪਰ ਉਹ ਭੁੱਲ ਜਾਂਦਾ ਸੀ ਅਤੇ ਅੱਜ ਉਹ ਉਹਨਾਂ ਹੀ ਕਾਗਜ਼ਾਂ ਨੂੰ ਲੈਣ ਦੇ ਲਈ ਵਾਪਿਸ ਆਇਆ ਸੀ। ਉਸਨੇ ਆਪਣੀ ਮਾਂ ਅਤੇ ਪਤਨੀ ਨੂੰ ਇੰਨਾ ਖੁਸ਼ ਦੇਖਿਆ ਤਾਂ ਉਹ ਹੱਸਦਾ ਹੋਇਆ ਬੋਲਿਆ, ਅਰੇ ਵਾਹ, ਕਿਆ ਗੱਲ ਹੈ, ਅੱਜ ਤਾਂ ਤੁਸੀਂ ਦੋਵੇਂ ਬਹੁਤ ਖੁਸ਼ ਹੋ, ਕਿਆ ਮਿਲ ਗਿਆ ਤੁਸੀਂ ਦੋਨਾਂ ਨੂੰ? ਬੈਗ ਰੱਖਦਾ ਹੋਇਆ ਅਮਨ ਬੋਲਿਆ। ਜਦ ਖੁਸ਼ੀ ਦੇ ਮਾਰੇ ਵੀਨਾ ਉਸਦੇ ਗਲੇ ਲੱਗਦੇ ਹੋਏ ਬੋਲੀ, ਹੁਣ ਤੁਹਾਨੂੰ ਇਹ ਛੋਟੀ ਜਿਹੀ ਨੌਕਰੀ ਕਰਨੇ ਦੀ ਜ਼ਰੂਰਤ ਨਹੀਂ ਹੈ, ਹੁਣ ਸਭ ਚੰਗਾ ਹੋਵੇਗਾ। ਜਦ ਅਮਨ ਉਸ ਨੂੰ ਖੁਦ ਤੋਂ ਦੂਰ ਕਰਦਾ ਹੋਇਆ ਬੋਲਿਆ, ਕਿਆ ਕਹਿ ਰਹੀ ਹੈ ਵੀਨਾ, ਹੱਦ ਕਰਦੀ ਹੈ। ਸ਼ਾਰਦਾ ਜੀ ਮੁਸਕਰਾਉਂਦੇ ਹੋਏ ਬੋਲੀ, ਅਰੇ ਬੇਟਾ, ਜੇਕਰ ਤੂੰ ਸੁਣੇਗਾ ਤਾਂ ਤੂੰ ਵੀ ਖੁਸ਼ੀ ਨਾਲ ਫੁੱਲਾਂ ਨਹੀਂ ਸਮਾਏਗਾ। ਜਦ ਅਮਨ ਨੇ ਪੁੱਛਿਆ, ਆਖਿਰ ਇਹ ਜਿਹਾ ਹੋਇਆ ਕਿਆ ਹੈ, ਹੁਣ ਦੱਸ ਵੀ ਦਿਓ। ਜਦ ਸ਼ਾਰਦਾ ਜੀ ਨੇ ਉਸ ਨੂੰ ਲਾਟਰੀ ਦੀ ਟਿਕਟ ਦਿਖਾਈ ਅਤੇ ਟੀਵੀ ਪਰ ਜੋ ਨੰਬਰ ਦਿਖਾਇਆ ਜਾ ਰਿਹਾ ਸੀ ਉਹ ਵੀ, ਜਿਸ ਨੂੰ ਦੇਖ ਕੇ ਅਮਨ ਨੂੰ ਵੀ ਖੁਦ ਪਰ ਵਿਸ਼ਵਾਸ ਨਹੀਂ ਹੋਇਆ। ਉਹ ਬੋਲਿਆ, ਕਿਆ ਸੱਚ ਵਿੱਚ ਸਾਡੀ ਲਾਟਰੀ ਲੱਗ ਗਈ ਹੈ ਮਾਂ? ਸ਼ਾਰਦਾ ਜੀ ਖੁਸ਼ ਹੁੰਦੇ ਹੋਏ ਬੋਲੀ, ਹਾਂ ਬੇਟਾ, ਹੁਣ ਸਾਡੇ ਬੁਰੇ ਦਿਨ ਚਲੇ ਗਏ, ਹੁਣ ਤਾਂ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀ। ਹੁਣ ਤੂੰ ਆਪਣੇ ਕੰਮ ਤੋਂ ਛੁੱਟੀ ਲੈ, ਸਾਨੂੰ ਇਸ ਪਤੇ ਪਰ ਜਾਣਾ ਹੈ, ਇੱਥੇ ਇਨਾਮ ਦੀ ਰਾਸ਼ੀ ਸਾਨੂੰ ਦਿੱਤੀ ਜਾਵੇਗੀ। ਅਮਨ ਨੇ ਫੋਨ ਕੀਤਾ ਅਤੇ ਅੱਜ ਦੀ ਛੁੱਟੀ ਲੈ ਕੇ ਉਹ ਸ਼ਾਰਦਾ ਜੀ ਨੂੰ ਲੈ ਕੇ ਉਸ ਪਤੇ ਪਰ ਪਹੁੰਚਿਆ ਜਿੱਥੇ ਇਨਾਮ ਦੀ ਰਾਸ਼ੀ ਦਿੱਤੀ ਜਾਣੀ ਸੀ ਅਤੇ ਕਿਉਂਕਿ ਰਕਮ ਬਹੁਤ ਬੜੀ ਸੀ
ਇਸ ਲਈ ਨਿਊਜ਼ ਪਰ ਦਿਖਾਇਆ ਜਾ ਰਿਹਾ ਸੀ। ਪਹਿਲੇ, ਦੂਜੇ ਅਤੇ ਤੀਜੇ ਤਿੰਨੋਂ ਵਿਜੇਤਾ ਉੱਥੇ ਮੌਜੂਦ ਸੀ, ਜਿਨ੍ਹਾਂ ਨੂੰ ਵਾਰੀ-ਵਾਰੀ ਨਾਲ ਇਨਾਮ ਦੀ ਰਾਸ਼ੀ ਦਿੱਤੀ ਜਾ ਰਹੀ ਸੀ। ਸ਼ਾਰਦਾ ਜੀ ਦਾ ਬੇਟਾ ਮੁੰਬਈ ਵਿੱਚ ਰਹਿੰਦਾ ਸੀ, ਪਰ ਉਹ ਆਪਣੇ ਸ਼ਹਿਰ ਦਾ ਹਾਲ-ਚਾਲ ਜਾਣਨੇ ਦੇ ਲਈ ਆਨਲਾਈਨ ਕੁਝ ਖਬਰਾਂ ਦੇਖ ਲਿਆ ਕਰਦਾ ਸੀ। ਕੁਝ ਨਿਊਜ਼ ਚੈਨਲ ਜਿਨ੍ਹਾਂ ਨੂੰ ਉਹ ਡੇਲੀ ਦੇਖਦਾ ਸੀ, ਜਿਵੇਂ ਹੀ ਉਸਨੇ ਨਿਊਜ਼ ਖੋਲ੍ਹੀ ਤਾਂ ਉਸ ਪਰ ਆਪਣੀ ਮਾਂ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ ਅਤੇ ਜਦ ਉਸ ਨੂੰ ਪਤਾ ਚੱਲਿਆ ਕਿ ਉਸਦੀ ਮਾਂ 10 ਕਰੋੜ ਰੁਪਏ ਦੀ ਮਾਲਕਿਨ ਬਣ ਗਈ ਹੈ ਤਾਂ ਉਹ ਫੁੱਲਾ ਨਹੀਂ ਸਮਾਇਆ ਅਤੇ ਆਪਣੀ ਮਾਂ ਨੂੰ ਲੁੱਟਣੇ ਦੇ ਇਰਾਦੇ ਨਾਲ ਉਹ ਆਪਣੇ ਸ਼ਹਿਰ ਦੇ ਲਈ ਨਿਕਲ ਪਿਆ। ਪਰ ਉਹ ਜਾਂਦਾ ਕਿੱਥੇ? ਉਸ ਨੂੰ ਤਾਂ ਐਡਰੈਸ ਹੀ ਪਤਾ ਨਹੀਂ ਸੀ। ਉਸਨੇ ਏਅਰਪੋਰਟ ਪਰ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਸ ਨੂੰ ਅਮਨ ਦੇ ਘਰ ਦੇ ਬਾਰੇ ਵਿੱਚ ਪਤਾ ਚੱਲਿਆ। ਉਹ ਅਮਨ ਦੇ ਘਰ ਜਾ ਪਹੁੰਚਿਆ, ਪਰ ਅਮਨ ਅਤੇ ਉਸਦਾ ਪਰਿਵਾਰ ਉੱਥੇ ਤੋਂ ਸ਼ਿਫਟ ਹੋ ਚੁੱਕੇ ਸੀ ਅਤੇ ਹੁੰਦੇ ਵੀ ਕਿਉਂ ਨਾ ਭਲਾ ਕਦੀ ਕਿਸੇ ਕਰੋੜਪਤੀ ਨੂੰ ਇੱਕ ਛੋਟੇ ਜਿਹੇ ਕਮਰੇ ਦੇ ਘਰ ਵਿੱਚ ਰਹਿੰਦੇ ਹੋਏ ਦੇਖਿਆ ਹੈ। ਉਹ ਤਾਂ ਉਹਨਾਂ ਦੀ ਮਜਬੂਰੀ ਸੀ, ਜਿਸ ਕਾਰਨ ਉਹ ਉੱਥੇ ਰਹਿ ਰਹੇ ਸੀ ਅਤੇ ਈਸ਼ਵਰ ਨੇ ਉਹਨਾਂ ਨੂੰ ਇਸ ਲਾਇਕ ਕਰ ਦਿੱਤਾ ਤਾਂ ਉਹ ਆਪਣੇ ਨਵੇਂ ਘਰ ਵਿੱਚ ਚਲੇ ਗਏ। ਜਦ ਸ਼ਾਰਦਾ ਜੀ ਦਾ ਬੇਟਾ ਉੱਥੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉੱਥੇ ਤਾਂ ਤਾਲਾ ਲੱਗਾ ਹੈ। ਪੜੋਸੀਆਂ ਤੋਂ ਪੁੱਛਣੇ ਪਰ ਪਤਾ ਚੱਲਿਆ ਕਿ ਅਮਨ ਅਤੇ ਉਸਦਾ ਪਰਿਵਾਰ ਇੱਕ ਹਾਈ-ਫਾਈ ਸੁਸਾਇਟੀ ਵਿੱਚ ਰਹਿੰਦਾ ਹੈ, ਜਿੱਥੇ ਉਹਨਾਂ ਨੇ ਆਪਣਾ ਨਵਾਂ ਮਕਾਨ ਲਿੱਤਾ ਹੈ। ਪੜੋਸੀਆਂ ਤੋਂ ਪਤਾ ਪੁੱਛ ਕੇ ਸ਼ਾਰਦਾ ਜੀ ਦਾ ਬੇਟਾ ਵੀ ਉਸ ਪਤੇ ਪਰ ਚਲਾ ਗਿਆ। ਉਸਨੇ ਜਾ ਕੇ ਦੇਖਿਆ ਕਿ ਦਰਵਾਜ਼ੇ ਪਰ ਇੱਕ ਚੌਕੀਦਾਰ ਬੈਠਾ ਹੋਇਆ ਹੈ ਅਤੇ ਹੁਣ ਉਹ ਉਸ ਚੌਕੀਦਾਰ ਨੂੰ ਕਹਿੰਦਾ ਹੈ, ਸੁਣੋ ਭਾਈ ਸਾਹਿਬ, ਇੱਥੇ ਇਸ ਘਰ ਵਿੱਚ ਇੱਕ ਸ਼ਾਰਦਾ ਨਾਮ ਦੀ ਔਰਤ ਰਹਿੰਦੀ ਹੈ। ਉਹ ਮੇਰੀ ਮਾਂ ਹੈ। ਤੁਸੀਂ ਜਾ ਕੇ ਉਹਨਾਂ ਨੂੰ ਕਹੋ ਕਿ ਤੁਹਾਡਾ ਬੇਟਾ ਮਨਪ੍ਰੀਤ ਤੁਹਾਡੇ ਨਾਲ ਮਿਲਣ ਆਇਆ ਹੈ, ਜਾਂ ਫਿਰ ਤੁਸੀਂ ਮੈਨੂੰ ਅੰਦਰ ਜਾਣ ਦੇਵੋ। ਗਾਰਡ ਨੇ ਉਸ ਨੂੰ ਉੱਥੇ ਹੀ ਰੋਕ ਲਿਆ ਅਤੇ ਬੋਲਿਆ, ਮੈਂ ਫੋਨ ਕਰਕੇ ਪਤਾ ਕਰਦਾ ਹਾਂ। ਉਸਨੇ ਸ਼ਾਰਦਾ ਜੀ ਨੂੰ ਫੋਨ ਕੀਤਾ ਅਤੇ ਪੁੱਛਿਆ, ਮਾਂ ਜੀ, ਬਾਹਰ ਕੋਈ ਲੜਕਾ ਆਇਆ ਹੈ ਅਤੇ ਉਹ ਕਹਿ ਰਿਹਾ ਹੈ ਕਿ ਉਹ ਤੁਹਾਡਾ ਬੇਟਾ ਹੈ। ਉਸਦਾ ਨਾਮ ਮਨਪ੍ਰੀਤ ਹੈ। ਉਹ ਤੁਹਾਡੇ ਨਾਲ ਮਿਲਣਾ ਚਾਹੁੰਦਾ ਹੈ। ਸ਼ਾਰਦਾ ਜੀ ਨੇ ਗੁੱਸੇ ਵਿੱਚ ਕਿਹਾ ਕਿ ਉਹ ਮੇਰਾ ਬੇਟਾ ਨਹੀਂ ਹੈ। ਮੇਰਾ ਬੇਟਾ ਮੇਰੇ ਨਾਲ ਇੱਥੇ ਹੈ। ਉਸ ਨੂੰ ਕਹਿ ਦਿਓ ਕਿ ਚਲਾ ਜਾਵੇ ਇੱਥੇ ਤੋਂ। ਮੇਰਾ ਉਸ ਨਾਲ ਕੋਈ ਵਾਸਤਾ ਨਹੀਂ ਹੈ। ਸ਼ਾਰਦਾ ਜੀ ਦੇ ਮਨਾ ਕਰਨੇ ਦੇ ਬਾਅਦ ਚੌਕੀਦਾਰ ਨੇ ਉਸ ਨੂੰ ਉੱਥੇ ਹੀ ਰੋਕ ਲਿਆ ਅਤੇ ਹੁਣ ਉਹ ਮਨ ਹੀ ਮਨ ਸੋਚਣ ਲੱਗਾ ਕਿ ਕਿਸ ਤਰ੍ਹਾਂ ਉਹ ਆਪਣੀ ਮਾਂ ਨਾਲ ਮਿਲੇ ਅਤੇ ਕਿਸ ਤਰ੍ਹਾਂ ਉਹ ਉਹਨਾਂ ਨੂੰ ਮਨਾਵੇਗਾ, ਕਿਉਂਕਿ ਹੁਣ ਤੱਕ ਉਹ ਇਹ ਤਾਂ ਸਮਝ ਹੀ ਚੁੱਕਾ ਸੀ ਕਿ ਉਸਦੀ ਮਾਂ ਉਸ ਨਾਲ ਬਹੁਤ ਨਾਰਾਜ਼ ਹੈ। ਜਿਨ੍ਹਾਂ ਨੂੰ ਮਨਾਉਣੇ ਦੇ ਲਈ ਉਸ ਨੂੰ ਕੁਝ ਤਾਂ ਕਰਨਾ ਪਵੇਗਾ, ਜਿਸ ਦੇ ਲਈ ਉਸਨੇ ਇੱਕ ਪਲਾਨ ਬਣਾਇਆ। ਉਹ ਚੌਕੀਦਾਰ ਜਦ ਵਾਸ਼ਰੂਮ ਗਿਆ ਤਾਂ ਮਨਪ੍ਰੀਤ ਚੁਪਕੇ ਨਾਲ ਘਰ ਦੇ ਅੰਦਰ ਆ ਗਿਆ ਅਤੇ ਅੰਦਰ ਜਾ ਕੇ ਚੀਕਣ ਲੱਗਾ, ਮਾਂ ਕਿੱਥੇ ਹੋ ਤੁਸੀਂ? ਦੇਖੋ ਤੁਹਾਡਾ ਬੇਟਾ ਆ ਗਿਆ ਤੁਹਾਡੇ ਨਾਲ ਮਿਲਣੇ ਦੇ ਲਈ। ਕਿੰਨੇ ਦਿਨ ਹੋਏ ਤੁਹਾਡੇ ਨਾਲ ਮਿਲੇ ਹੋਏ। ਮੈਂ ਤਾਂ ਕਦ ਤੋਂ ਤਰਸ ਰਿਹਾ ਸੀ ਤੁਹਾਡੇ ਨਾਲ ਮਿਲਣੇ ਦੇ ਲਈ। ਸ਼ਾਰਦਾ ਜੀ ਨੂੰ ਦੇਖ ਕੇ ਅੱਗੇ ਵਧਦਾ ਹੋਇਆ ਮਨਪ੍ਰੀਤ ਬੋਲਿਆ। ਜਿਵੇਂ ਹੀ ਉਹ ਸ਼ਾਰਦਾ ਜੀ ਦੇ ਗਲੇ ਲੱਗਣੇ ਨੂੰ ਹੋਇਆ, ਸ਼ਾਰਦਾ ਜੀ ਨੇ ਧੱਕਾ ਦੇ ਕੇ ਖੁਦ ਤੋਂ ਦੂਰ ਕਰ ਦਿੱਤਾ ਅਤੇ ਅਮਨ ਨੂੰ ਆਵਾਜ਼ ਲਗਾਈ। ਅਮਨ ਆਪਣੇ ਕਮਰੇ ਤੋਂ ਦੌੜਦਾ ਹੋਇਆ ਆਇਆ। ਕਿਆ ਹੋਇਆ ਮਾਂ, ਤੁਸੀਂ ਚੀਕ ਕਿਉਂ ਰਹੀ ਸੀ? ਤੁਸੀਂ ਠੀਕ ਤਾਂ ਹੋ? ਜਦ ਸ਼ਾਰਦਾ ਜੀ ਨੇ ਆਪਣੇ ਬੇਟੇ ਦੀ ਤਰਫ ਉਂਗਲੀ ਕਰਦੇ ਹੋਏ ਕਿਹਾ, ਅਮਨ, ਇਸ ਨਲਾਇਕ ਨੂੰ ਇਸ ਘਰ ਤੋਂ ਕੱਢ ਦਿਓ। ਮੈਨੂੰ ਇਸ ਦੀ ਸ਼ਕਲ ਵੀ ਨਹੀਂ ਦੇਖਣੀ। ਅਮਨ ਕੁਝ ਸਮਝ ਨਹੀਂ ਪਾ ਰਿਹਾ ਸੀ। ਜਦੀ ਸ਼ਾਰਦਾ ਜੀ ਦਾ ਬੇਟਾ ਫਿਰ ਤੋਂ ਮਾਂ ਕਰਦਾ ਹੋਇਆ ਉਹਨਾਂ ਦੇ ਪੈਰਾਂ ਵਿੱਚ ਲਿਪਟ ਗਿਆ। ਉਦੋਂ ਅਮਨ ਸਮਝਿਆ
ਅਮਨ ਨੇ ਉਸ ਨੂੰ ਚੁੱਕਦੇ ਹੋਏ ਬੋਲਿਆ, ਤਾਂ ਤੂੰ ਹੈ ਉਹ ਨਲਾਇਕ ਅਤੇ ਕਮੀਨਾ ਬੇਟਾ ਜਿਸਨੇ ਆਪਣੀ ਮਾਂ ਨੂੰ ਤੜਫਣੇ ਦੇ ਲਈ ਏਅਰਪੋਰਟ ਪਰ ਛੱਡ ਦਿੱਤਾ, ਜਿਸਨੇ ਇਹ ਵੀ ਨਹੀਂ ਸੋਚਿਆ ਕਿ ਉਹ ਕਿੱਥੇ ਰਹੇਗੀ, ਕਿਆ ਕਰੇਗੀ, ਉਹ ਆਪਣਾ ਜੀਵਨ ਕਿਵੇਂ ਜੀਏਗੀ, ਜਿਸਨੇ ਉਹਨਾਂ ਨੂੰ ਜਿਉਂਦੇ ਜੀ ਮਰਿਆ ਹੋਇਆ ਸਮਝ ਲਿਆ। ਅੱਜ ਉਸ ਨੂੰ ਆਪਣੀ ਮਾਂ ਦੀ ਯਾਦ ਆਈ ਹੈ। ਤੇਰੇ ਜੈਸੇ ਕਮੀਨੇ ਨੂੰ ਮੈਂ ਬਹੁਤ ਚੰਗੇ ਨਾਲ ਜਾਣਦਾ ਹਾਂ ਅਤੇ ਤੂੰ ਇੱਥੇ ਕਿਸ ਇਰਾਦੇ ਨਾਲ ਆਇਆ ਹੈ ਮੈਂ ਉਹ ਵੀ ਜਾਣਦਾ ਹਾਂ। ਨਿਕਲ ਜਾ ਇੱਥੇ ਤੋਂ, ਨਹੀਂ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ, ਅਮਨ ਨੇ ਧੱਕਾ ਦਿੰਦੇ ਹੋਏ ਕਿਹਾ। ਉਦੋਂ ਉਹ ਲੜਕਾ ਆਪਣੇ ਹੱਥ ਦੀ ਨਸ ਪਰ ਚਾਕੂ ਰੱਖਦਾ ਹੋਇਆ ਬੋਲਿਆ, ਮਾਂ ਜੇਕਰ ਤੁਸੀਂ ਮੈਨੂੰ ਮਾਫ਼ ਨਹੀਂ ਕੀਤਾ ਤਾਂ ਮੈਂ ਆਪਣੀ ਜਾਨ ਲੈ ਲਵਾਂਗਾ। ਸ਼ਾਰਦਾ ਜੀ ਉਸ ਨੂੰ ਇਸ ਤਰ੍ਹਾਂ ਦੇਖ ਕੇ ਬੋਲੀ, ਤੇਰੇ ਜੈਸਾ ਸਵਾਰਥੀ ਕਦੀ ਆਪਣੀ ਜਾਨ ਨਹੀਂ ਦੇ ਸਕਦਾ, ਸਿਰਫ ਦੂਸਰਿਆਂ ਦੀ ਜਾਨ ਲੈ ਸਕਦਾ ਹੈ। ਮੈਂ ਚੰਗੇ ਨਾਲ ਜਾਣਦੀ ਹਾਂ ਕਿ ਤੂੰ ਇਹ ਸਭ ਡਰਾਮਾ ਕਿਸ ਲਈ ਕਰ ਰਿਹਾ ਹੈ। ਜਦ ਉਸ ਲੜਕੇ ਨੇ ਆਪਣੀ ਗਰਦਨ ਪਰ ਚਾਕੂ ਰੱਖਦੇ ਹੋਏ ਕਿਹਾ, ਮਾਂ ਮੈਂ ਤੁਹਾਡਾ ਹੀ ਬੇਟਾ ਹਾਂ ਅਤੇ ਹੁਣ ਤੋਂ ਤੁਹਾਡੇ ਹੀ ਨਾਲ ਰਹੂੰਗਾ ਅਤੇ ਜੇਕਰ ਤੁਸੀਂ ਇਸ ਗੱਲ ਦੇ ਲਈ ਨਹੀਂ ਮੰਨੀ ਤਾਂ ਮੈਂ ਖੁਦ ਨੂੰ ਮਾਰ ਕੇ ਤੁਸੀਂ ਲੋਕਾਂ ਨੂੰ ਆਪਣੀ ਹੱਤਿਆ ਦੇ ਜੁਰਮ ਵਿੱਚ ਫਸਾ ਦੂੰਗਾ। ਜਾਂ ਤਾਂ ਮੈਨੂੰ ਵੀ ਇੱਥੇ ਆਪਣੇ ਨਾਲ ਰੱਖੋ ਜਾਂ ਫਿਰ ਮੈਨੂੰ ਇਨਾਮ ਦੇ ਉਹ ਪੈਸੇ ਦੇ ਦਿਓ, ਮੈਂ ਇੱਥੇ ਤੋਂ ਚਲਾ ਜਾਊਂਗਾ। ਅਮਨ ਨੇ ਜਿਵੇਂ ਹੀ ਉਸ ਨੂੰ ਧੱਕਾ ਦੇਣੇ ਦੇ ਲਈ ਹੱਥ ਅੱਗੇ ਵਧਾਇਆ, ਵੈਸੇ ਹੀ ਉਸਨੇ ਅਮਨ ਨੂੰ ਖਿੱਚ ਕੇ ਉਸਦੀ ਗਰਦਨ ਪਰ ਚਾਕੂ ਰੱਖ ਦਿੱਤਾ ਅਤੇ ਸ਼ਾਰਦਾ ਜੀ ਨੂੰ ਧਮਕੀ ਦੇਣ ਲੱਗਾ, ਜੇਕਰ ਤੁਸੀਂ ਮੈਨੂੰ ਇਨਾਮ ਦੇ ਪੈਸੇ ਨਹੀਂ ਦਿੱਤੇ ਤਾਂ ਮੈਂ ਇਸ ਨੂੰ ਜਾਨ ਤੋਂ ਮਾਰ ਦੂੰਗਾ। ਸ਼ਾਰਦਾ ਜੀ ਅਮਨ ਦੀ ਜਾਨ ਨੂੰ ਖਤਰੇ ਵਿੱਚ ਦੇਖ ਕੇ ਘਬਰਾ ਗਈ ਅਤੇ ਬੋਲੀ, ਨਹੀਂ ਨਹੀਂ, ਮੇਰੇ ਬੇਟੇ ਨੂੰ ਕੁਝ ਨਾ ਕਰਨਾ, ਮੈਂ ਤੈਨੂੰ ਜਿੰਨੀ ਵੀ ਰਕਮ ਹੈ ਉਹ ਦੇਣੇ ਦੇ ਲਈ ਤਿਆਰ ਹਾਂ। ਉੱਪਰ ਖੜੀ ਹੋਈ ਵੀਣਾ ਇਹ ਸਭ ਦੇਖ ਰਹੀ ਸੀ, ਜਿਸ ਪਰ ਸ਼ਾਰਦਾ ਜੀ ਦੇ ਬੇਟੇ ਮਨਪ੍ਰੀਤ ਦਾ ਬਿਲਕੁਲ ਵੀ ਧਿਆਨ ਨਹੀਂ ਸੀ। ਵੀਣਾ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਸ਼ਾਰਦਾ ਜੀ ਨੇ ਅਮਨ ਦੀ ਜਾਨ ਬਚਾਉਣੇ ਦੇ ਲਈ ਵੀਣਾ ਨੂੰ ਆਵਾਜ਼ ਲਗਾਈ ਅਤੇ ਕਿਹਾ, ਨੂੰ ਘਰ ਵਿੱਚ ਜਿੰਨੇ ਵੀ ਪੈਸੇ ਅਤੇ ਗਹਿਣੇ ਹਨ ਸਭ ਭਰ ਲਿਆਓ, ਮੈਨੂੰ ਮੇਰੇ ਬੇਟੇ ਦੀ ਜਾਨ ਤੋਂ ਜ਼ਿਆਦਾ ਪਿਆਰਾ ਕੁਝ ਨਹੀਂ ਹੈ। ਉਦੋਂ ਇਹ ਸਭ ਦੇਖ ਕੇ ਮਨਪ੍ਰੀਤ ਸ਼ੈਤਾਨੀ ਮੁਸਕਰਾਹਟ ਲਿਆਉਂਦੇ ਹੋਏ ਬੋਲਿਆ, ਅਰੇ ਵਾਹ, ਬੜਾ ਪਿਆਰ ਹੈ ਮਾਂ ਬੇਟੇ ਵਿੱਚ, ਆਪਣੇ ਸਗੇ ਬੇਟੇ ਤੋਂ ਇੰਨੀ ਨਫ਼ਰਤ ਅਤੇ ਇਸ ਪਰਾਏ ਨਾਲ ਇੰਨਾ ਪਿਆਰ। ਜਦ ਸ਼ਾਰਦਾ ਜੀ ਬੋਲੀ, ਸਭ ਕੁਝ ਤੇਰੇ ਕਰਮਾਂ ਦੇ ਕਾਰਨ ਹੈ, ਜ਼ਰੂਰੀ ਨਹੀਂ ਕਿ ਆਪਣਾ ਖੂਨ ਹੈ ਤਾਂ ਉਹ ਹੀ ਸਗਾ ਹੈ ਜਾਂ ਉਹ ਹੀ ਤੁਹਾਡਾ ਖਿਆਲ ਰੱਖੇਗਾ। ਤੂੰ ਤਾਂ ਮੈਨੂੰ ਮਰਨੇ ਦੇ ਲਈ ਛੱਡ ਦਿੱਤਾ ਸੀ, ਉਸ ਵਕਤ ਮੇਰਾ ਇਹੀ ਬੇਟਾ ਸੀ ਜਿਸਨੇ ਮੇਰਾ ਸਾਥ ਦਿੱਤਾ, ਤਾਂ ਭਲਾ ਮੈਂ ਅੱਜ ਇਸ ਨੂੰ ਇੱਥੇ ਮਰਨੇ ਦੇ ਲਈ ਕਿਵੇਂ ਛੱਡ ਸਕਦੀ ਹਾਂ। ਮਨਪ੍ਰੀਤ ਇਨ੍ਹਾਂ ਸਭ ਗੱਲਾਂ ਵਿੱਚ ਲੱਗਾ ਸੀ ਅਤੇ ਕਿਉਂਕਿ ਵੀਣਾ ਨੇ ਪੁਲਿਸ ਨੂੰ ਫੋਨ ਕਰਕੇ ਸਾਰੀ ਸਥਿਤੀ ਦੱਸ ਦਿੱਤੀ ਸੀ ਤਾਂ ਪੁਲਿਸ ਨੇ ਵੀ ਚੁਸਤੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ। ਉਹ ਸਮੇਂ ਤੋਂ ਪਹਿਲਾਂ ਉੱਥੇ ਆ ਪਹੁੰਚੇ ਅਤੇ ਸਾਰੇ ਲੋਕ ਇੰਨੀ ਹੌਲੀ ਅੰਦਰ ਆਏ ਕਿ ਮਨਪ੍ਰੀਤ ਨੂੰ ਅੰਦਾਜ਼ਾ ਹੀ ਨਹੀਂ ਹੋਇਆ ਕਿ ਕਦ ਉਸਦੇ ਸਿਰ ਪਰ ਪੁਲਿਸ ਇੰਸਪੈਕਟਰ ਨੇ ਗਨ ਤਾਣ ਦਿੱਤੀ ਅਤੇ ਜਦੀ ਇੱਕ ਕਾਂਸਟੇਬਲ ਨੇ ਆ ਕੇ ਉਸਦੇ ਹੱਥ ਤੋਂ ਚਾਕੂ ਖੋਹ ਲਿਆ। ਹੁਣ ਮਨਪ੍ਰੀਤ ਨੂੰ ਫੜ ਕੇ ਪੁਲਿਸ ਵਾਲੇ ਲੈ ਗਏ ਅਤੇ ਉਸ ਨੂੰ ਜੇਲ੍ਹ ਵਿੱਚ ਪਾ ਦਿੱਤਾ। ਸਬੂਤ ਦਾ ਕੋਈ ਅਭਾਵ ਨਹੀਂ ਸੀ ਕਿਉਂਕਿ ਪੁਲਿਸ ਨੇ ਉਸ ਨੂੰ ਰੰਗੇ ਹੱਥ ਫੜਿਆ ਸੀ, ਕਿਸੇ ਦੀ ਜਾਨ ਲੈਣੇ ਦੀ ਕੋਸ਼ਿਸ਼ ਕਰਦੇ ਹੋਏ, ਜਿਸ ਦੇ ਕਾਰਨ ਮਨਪ੍ਰੀਤ ਨੂੰ ਉਮਰ ਕੈਦ ਦੀ ਸਜ਼ਾ ਹੋਈ ਅਤੇ ਸ਼ਾਰਦਾ ਜੀ ਆਪਣੇ ਬੇਟੇ ਅਮਨ ਅਤੇ ਨੂੰਹ ਵੀਣਾ ਦੇ ਨਾਲ ਖੁਸ਼ੀ ਰਹਿਣ ਲੱਗੀ। ਹੁਣ ਉਹ ਆਪਣਾ ਜੀਵਨ ਬਹੁਤ ਸੁਖੀ ਬਤੀਤ ਕਰ ਰਹੇ ਹਨ। ਸ਼ਾਇਦ ਹੀ ਅਮਨ ਅਤੇ ਵੀਣਾ ਦੇ ਕਰਮਾਂ ਦਾ ਫਲ ਸੀ ਜੋ ਉਹਨਾਂ ਨੂੰ ਮਿਲਿਆ।
ਉਹਨਾਂ ਨੇ ਇੱਕ ਬੇਸਹਾਰਾ ਦੀ ਮਦਦ ਕੀਤੀ ਅਤੇ ਈਸ਼ਵਰ ਨੇ ਫਲ ਸਰੂਪ ਉਹਨਾਂ ਨੂੰ ਇੰਨਾ ਬੜਾ ਤੋਹਫਾ ਦੇ ਦਿੱਤਾ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।